ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ ਤੇ ਮੁਲਾਜ਼ਮ ਲਹਿਰ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਪੇਂਡੂ ਸਵਾਸਥ ਦੀ ਗੱਲ ਕਈ ਵਾਰ ਇਸ ਸ਼ੋਅ ਤੇ ਕੀਤੀ ਹੈ, ਪਰ ਆਪਾਂ ਬਹੁਤ ਵਾਰ ਗੱਲ ਕੀਤੀ ਕਿ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਦਵਾਈਆਂ ਮਿਲਣੀਆਂ ਤੇ ਦਵਾਈਆਂ ਉਹ ਕੌਣ ਦਿੰਦੇ ਨੇ, ਉਸ ਮੁੱਦੇ ਤੇ ਵੀ ਇਸ ਤੋਂ ਪਹਿਲਾਂ ਅਸੀਂ ਗੱਲ ਕਰ ਚੁੱਕੇ ਹਾਂ। ਸੋ ਅਸੀਂ ਸੋਚਿਆ ਬਹੁਤ ਜ਼ਰੂਰੀ ਹੈ ਕਿ ਅਸੀਂ ਉਹਨਾਂ ਦਾ ਵੀ ਅੱਜ ਪੱਖ ਤੁਹਾਡੇ ਸਾਹਮਣੇ ਪੇਸ਼ ਕਰੀਏ ਜਿਹੜੇ ਇਹਨਾਂ ਦਵਾਈਆਂ ਨੂੰ ਦੇਣ ਲਈ ਆ ਸਾਡੇ ਆਮ ਜਨਤਾ ਤੱਕ ਪਹੁੰਚਾਉਣ ਲਈ ਜ਼ਿੰਮੇਵਾਰ ਨੇ, ਤੇ ਉਹਨਾਂ ਦੀਆਂ ਕੀ ਮੰਗਾਂ ਨੇ, ਕਿਸ ਤਰ੍ਹਾਂ ਦਾ ਸੰਘਰਸ਼ ਉਹਨਾਂ ਦਾ ਚੱਲ ਰਿਹਾ, ਉਹਦੀ ਅੱਜ ਗੱਲਬਾਤ ਕਰਾਂਗੇ। ਤੇ ਤੁਹਾਨੂੰ ਮੈਂ ਦੱਸ ਦਵਾਂ, ਅੱਜ ਸਾਡੇ ਨਾਲ ਰੂਰਲ ਫਾਰਮਾਸਿਸਟ ਦੇ 2 ਯੂਨੀਅਨਸ ਨੇ, ਇੱਕ ਪੰਚਾਇਤੀ ਵਿਭਾਗ ਦੇ ਅੰਡਰ ਨੇ, ਇੱਕ ਪੰਜਾਬ ਦੇ ਹੈਲਥ ਡਿਪਾਰਟਮੈਂਟ ਦੇ ਅੰਡਰ ਨੇ। ਉਹ ਦੋਨੋਂ ਯੂਨੀਅਨਸ ਦੇ ਸਾਡੇ ਕੋਲ ਅੱਜ ਰਿਪਰੈਜ਼ੈਂਟੇਸ਼ਨ ਹੈ। ਤੇ ਪਹਿਲਾਂ ਤਾਂ ਜੀ ਬਹੁਤ ਬਹੁਤ ਸਵਾਗਤ ਹੈ, ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਆਏ ਹੋ। ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਬਾਰੇ ਤੁਸੀਂ ਦੋਵੇਂ ਹੀ ਜ਼ਰੂਰ ਇੰਟਰੋਡਕਸ਼ਨ ਜ਼ਰੂਰ ਦੇਣਾ ਜੀ। ਹਾਂਜੀ, ਮੈਂ ਬਿਕਰਮਜੀਤ ਸਿੰਘ ਸਠਿਆਲੀ, ਪ੍ਰਧਾਨ ਰੂਰਲ ਫਾਰਮੇਸੀ ਅਫਸਰ ਐਸੋਸੀਏਸ਼ਨ ਪੰਜਾਬ ਜੀ। ਜਿਹੜੀਆਂ ਪੰਚਾਇਤੀ ਵਿਭਾਗ ਦੇ ਵਿੱਚ ਡਿਸਪੈਂਸਰੀਆਂ ਦੇ ਵਿੱਚ ਫਾਰਮਾਸਿਸਟ ਨੇ, ਮੈਂ ਉਹਨਾਂ ਨੂੰ ਰਿਪਰੈਜ਼ੈਂਟ ਕਰਦਾ ਜੀ। ਮੇਰਾ ਨਾਮ ਸ਼ੁਭਮ ਸ਼ਰਮਾ ਹੈ, ਮੈਂ ਫਾਰਮੇਸੀ ਆਫਿਸਰ ਐਸੋਸੀਏਸ਼ਨ ਆਫ ਪੰਜਾਬ ਨੂੰ ਐਜ਼ ਅ ਸਟੇਟ ਪ੍ਰੈਜ਼ੀਡੈਂਟ ਲੀਡ ਕਰ ਰਹੇ ਹਾਂ। ਅਸੀਂ ਉਹ ਡਿਸਪੈਂਸਰੀਆਂ ਨੇ ਜੋ ਪੰਜਾਬ ਕੈਬਨਿਟ ਨੇ ਹਾਲ ਹੀ ਵਿੱਚ ਸਿਹਤ ਵਿਭਾਗ ਵਿੱਚ ਸ਼ਿਫਟ ਕੀਤੀਆਂ ਨੇ ਜੀ। ਤੁਸੀਂ ਇਹਦਾ ਜ਼ਿਕਰ ਕੀਤਾ, ਇਸ ਗੱਲ ਤੇ ਵੀ ਆਵਾਂਗੇ ਕਿਉਂ ਸ਼ਿਫਟ ਕੀਤਾ, ਇਹਦਾ ਫਾਇਦਾ ਨੁਕਸਾਨ ਕੀ ਹੈ। ਪਰ ਮੇਰਾ ਪਹਿਲਾ ਸਵਾਲ ਜਿਹੜਾ ਮੈਨੂੰ ਹਮੇਸ਼ਾ ਗਰਾਊਂਡ ਤੋਂ ਮਿਲਦਾ ਰਹਿੰਦਾ ਹੈ, ਲੋਕਾਂ ਨੂੰ ਡਿਸਪੈਂਸਰੀਆਂ 'ਚ ਦਵਾਈ ਮਿਲਦੀ ਨਹੀਂ ਜ਼ਿਆਦਾਤਰ, ਇਹ ਕਿਉਂ ਹੈ, ਕਿਵੇਂ ਹੈ, ਜਾਂ ਤੁਹਾਡਾ ਐਕਸਪੀਰੀਅੰਸ ਇਸ ਬਾਰੇ ਕੀ ਹੈ, ਉਹ ਜ਼ਰੂਰ ਦੱਸਣਾ। ਇਸ ਦੇ ਵਿੱਚ ਇੱਕ ਜਿਹੜੀ ਚੀਜ਼ ਸਭ ਤੋਂ ਪਹਿਲਾਂ ਮੈਂਸ਼ਨ ਕਰਨ ਵਾਲੀ, ਉਸ ਦੇ ਲਈ ਸਾਨੂੰ ਬਹੁਤ ਥੋੜ੍ਹਾ ਜਿਹਾ ਪਿੱਛੇ ਜਾਣਾ ਪਵੇਗਾ। ਇਹ ਪਾਲਿਸੀ ਕੈਪਟਨ ਸਰਕਾਰ ਨੇ ਸੰਨ 2006 ਦੇ ਵਿੱਚ ਲੈ ਕੇ ਆਂਦੀ ਸੀ, ਜਦੋਂ ਉਹਨਾਂ ਨੇ ਪੇਂਡੂ ਡਿਸਪੈਂਸਰੀਆਂ ਦਾ ਜੋ ਪ੍ਰਬੰਧ ਸੀਗਾ ਉਹ ਸਿਹਤ ਵਿਭਾਗ ਤੋਂ ਲੈ ਕੇ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਨੂੰ ਦਿੱਤਾ ਸੀ, ਜਿਸ ਦੇ ਵਿੱਚ ਉਹਨਾਂ ਨੇ ਇੱਕ ਮੈਡੀਕਲ ਆਫਿਸਰ ਨੂੰ ਅਪਾਇੰਟ ਕੀਤਾ ਸੀ ਠੇਕੇ ਦੇ ਉੱਪਰ, ਤੇ ਉਹਨੂੰ ਇਹ ਅਧਿਕਾਰ ਦਿੱਤੇ ਸੀਗੇ ਕਿ ਤੁਸੀਂ ਆਪਦੇ, ਇੱਕ ਪਾਲਿਸੀ ਸੀ ਡਰਾਫਟ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਫਾਰਮਾਸਿਸਟ ਅਪਾਇੰਟ ਕਰਨਾ ਹੈ, ਤੁਸੀਂ ਇੱਕ ਦਰਜਾ 4 ਅਪਾਇੰਟ ਕਰਨਾ ਹੈ, ਤੇ ਤੁਸੀਂ ਸ਼ੁਰੂ ਦੇ ਵਿੱਚ ਤਾਂ ਉਹਨਾਂ ਨੂੰ ਦਵਾਈਆਂ ਖਰੀਦਣ ਦਾ ਅਧਿਕਾਰ ਵੀ ਦਿੱਤਾ ਸੀ, ਕਿਉਂਕਿ ਤੁਸੀਂ ਆਪਦੀ ਪਾਕਟ ਦੇ ਵਿੱਚੋਂ ਖਰੀਦਣੀਆਂ, ਤੁਹਾਨੂੰ ਇੱਕ ਕੰਸੋਲੀਡੇਟਡ ਫੰਡ ਦਿੱਤਾ ਜਾਊਗਾ। ਲੇਕਿਨ ਹੌਲੀ ਹੌਲੀ 1-2 ਸਾਲਾਂ ਬਾਅਦ ਫਿਰ ਉਹਨਾਂ ਨੇ ਜੋ ਦਵਾਈਆਂ ਦਾ ਪ੍ਰਬੰਧ ਸੀਗਾ ਉਹ ਜ਼ਿਲ੍ਹਾ ਪਰਿਸ਼ਦਾਂ ਨੂੰ ਡਾਇਰੈਕਟ ਦਿੱਤਾ ਕਿ ਤੁਸੀਂ ਉਹਦੀ ਪ੍ਰੋਕਿਉਰਮੈਂਟ ਕਰਨੀ ਹੈ। ਉਹ ਸਿਸਟਮ ਇੱਕ ਫਲॉप ਇਸ ਤਰੀਕੇ ਨਾਲ ਸਾਬਿਤ ਹੋਇਆ ਕਿ ਨਾ ਤਾਂ ਰੂਰਲ ਡਿਵੈਲਪਮੈਂਟ ਨੇ ਉਹਨੂੰ ਕਦੇ ਸੀਰੀਅਸਲੀ ਲਿਆ ਸੀ। ਦਵਾਈਆਂ ਦੀ ਜਿਹੜੀ ਪ੍ਰੋਕਿਉਰਮੈਂਟ ਸੀਗੀ ਉਹ ਬੜੇ ਬੇਟਾਈਮਿੰਗ ਦੇ ਤਰੀਕੇ ਨਾਲ ਹੁੰਦੀ ਸੀਗੀ। ਜਿਸ ਦਵਾਈ ਦੀ ਜ਼ਰੂਰਤ ਸੀਜ਼ਨ ਦੇ ਵਿੱਚ ਜਦੋਂ ਹੁੰਦੀ ਸੀਗੀ, ਉਸ ਦੀ ਬਜਾਏ ਉਹਦੇ ਆਪੋਜ਼ਿਟ ਸੀਜ਼ਨ 'ਚ ਮਿਲਦੀ ਸੀ। ਬੜੀਆਂ ਦਿੱਕਤਾਂ ਆਈਆਂ ਦੇ ਵਿੱਚ। ਰੂਰਲ ਜਿਹੜੇ ਮੈਡੀਕਲ ਆਫਿਸਰ ਅਪਾਇੰਟ ਕੀਤੇ ਗਏ ਸੀਗੇ, ਉਹਨਾਂ ਨੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਜਦੋਂ ਇਹ ਰਾਈਟ ਦਿੱਤਾ ਗਿਆ ਕਿ ਤੁਸੀਂ ਇੱਕ ਦਰਜਾ 4 ਤੇ ਇੱਕ ਫਾਰਮਾਸਿਸਟ ਅਪਾਇੰਟ ਕਰਨਾ ਹੈ, ਉਹ ਅਪਾਇੰਟ ਕਰਨ ਤੋਂ ਬਾਅਦ ਉਹਨਾਂ ਨੇ ਬੜੀ ਐਕਸਪਲੋਇਟੇਸ਼ਨ ਕੀਤੀ ਇੰਪਲੋਈਜ਼ ਦੀ, ਕਿਉਂਕਿ ਕਿਸੇ ਤਰੀਕੇ ਨਾਲ ਤਾਂ ਉਹਨਾਂ ਨੇ, ਜਿਵੇਂ ਆਪਾਂ ਜੇ ਪੰਜਾਬੀ ਦੇ ਵਿੱਚ ਹੀ ਕਹਿਣਾ ਹੋਵੇ ਤਾਂ ਜਿਵੇਂ ਇੱਕ ਇੰਪਲੋਈ ਦੁਕਾਨ ਦੇ ਉੱਪਰ ਰੱਖਿਆ, ਇਸ ਤਰੀਕੇ ਨਾਲ ਡੀਲ ਕੀਤਾ ਗਿਆ। ਹਾਲਾਂਕਿ ਇੱਕ ਪਾਲਿਸੀ ਮੈਟਰ ਸੀ। ਸ਼ੁਰੂ ਦੇ ਵਿੱਚ ਤਾਂ ਇਹ ਹੁੰਦਾ ਸੀ ਵੀ ਅੱਜ ਡਾਕਟਰ ਦਾ ਮਨ ਕੀਤਾ ਕਿ ਤੂੰ ਅੱਜ ਘਰੇ ਚਲਾ ਜਾ, ਤਾਂ ਘਰੇ ਚਲਾ ਜਾਂਦਾ ਸੀ, ਫਾਰਮਾਸਿਸਟ ਹੋਇਆ ਚਾਹੇ ਦਰਜਾ 4 ਹੋਇਆ। ਹੌਲੀ ਹੌਲੀ ਅਸੀਂ ਜੋ ਉਸ ਸਿਸਟਮ ਦੇ ਵਿੱਚ ਆਏ ਸੀ, ਸਾਨੂੰ ਆਪਦੇ ਰਾਈਟਸ ਲਈ ਲੜਨਾ ਪਿਆ, ਬਹੁਤ ਕਿਸਮ ਦਾ ਵਿਦਰੋਹ ਵੀ ਕਰਨਾ ਪਿਆ, ਕੁੱਟ ਵੀ ਖਾਧੀ, ਪਰਚੇ ਵੀ ਕਰਵਾਏ। ਤਾਂ ਉਸ ਤੋਂ ਬਾਅਦ ਹੌਲੀ ਹੌਲੀ ਸਰਕਾਰ ਨੇ ਉਸ ਸਿਸਟਮ 'ਚ ਥੋੜ੍ਹਾ ਸੁਧਾਰ ਕਰਦੇ ਹੋਏ ਉਹਨਾਂ ਨੂੰ ਪਹਿਲਾਂ ਤਾਂ ਇਹ ਆਰਡਰ ਕੀਤੇ ਕਿ ਤੁਸੀਂ ਇਹਨਾਂ ਨੂੰ ਕੱਢਣਾ ਨਹੀਂ ਹੈ। ਫਿਰ ਸਾਡੀ ਪੇ ਅਸੀਂ ਜਿਹੜੀ ਉਹਨਾਂ ਨੇ 5000 ਫਿਕਸ ਕੀਤੀ ਸੀ ਉਹਨੂੰ ਕਨਫਰਮ ਕਰਾਇਆ, ਕਿਉਂਕਿ ਪਹਿਲਾਂ ਉਹਦੇ ਵਿੱਚ ਵੀ ਇਹ ਹੁੰਦਾ ਸੀ ਕਿ 5000 ਕਿਹਾ ਜ਼ਰੂਰ ਸੀ ਪਰ ਮਿਲਦਾ ਕਦੇ ਨਹੀਂ ਸੀ। 2500, 2000, 3500 ਜਿਵੇਂ ਜਿਵੇਂ ਕਿਸੇ ਦੀ ਕਨਵੀਨੀਅੰਸ ਹੁੰਦੀ ਸੀ ਉਹ ਚੱਲਦਾ ਰਹਿੰਦਾ ਸੀ। ਫਿਰ ਉਹਨੂੰ ਕਨਫਰਮ ਕਰਵਾਇਆ। ਫਿਰ ਉਸ ਤੋਂ ਬਾਅਦ ਇਹ ਹੁੰਦਾ ਸੀ ਡਾਕਟਰ ਚਲਾ ਗਿਆ, ਡਾਕਟਰ ਦੀ ਮਰਜ਼ੀ ਆਈ ਕਿ 2 ਮਹੀਨੇ ਜੌਬ ਕੀਤੀ, ਛੱਡ ਗਿਆ। ਤਾਂ ਉਸ ਤੋਂ ਬਾਅਦ ਫਿਰ ਉਸ ਚੀਜ਼ ਨੂੰ ਵੀ ਫਿਕਸ ਕੀਤਾ ਗਿਆ ਕਿ ਜੇ ਮੈਡੀਕਲ ਆਫਿਸਰ ਚਲਾ ਵੀ ਜਾਂਦਾ ਹੈ ਤਾਂ ਜਿਹੜਾ ਉੱਥੇ ਪੈਰਾਮੈਡੀਕਲ ਸਟਾਫ ਹੈ ਉਹ ਕੰਟੀਨਿਊ ਰਹੂਗਾ। ਮਤਲਬ ਬੜਾ ਲੰਮਾ ਸਿਸਟਮ ਸੀ ਜੋ ਇਹ ਚੱਲਿਆ ਜੀ। ਤੇ ਸ਼ੁਭਮ ਜੀ ਨੇ ਇੱਕ ਬੜੀ ਇੰਪੋਰਟੈਂਟ ਗੱਲ ਦਾ ਜ਼ਿਕਰ ਕੀਤਾ ਕਿ 5000 ਤੁਹਾਡੀ ਸੈਲਰੀ ਹੁੰਦੀ ਸੀ, ਉਹ ਕਈ ਵਾਰ ਮਿਲਦੀ ਸੀ, ਨਹੀਂ ਮਿਲਦੀ ਸੀ। ਇਸ ਬਾਰੇ ਚਾਨਣਾ ਪਾਇਓ ਤੁਸੀਂ ਮੈਨੂੰ। ਵਿਕਰਮ ਜੀ ਪਹਿਲਾਂ ਵੀ ਇਹ ਗੱਲ ਸਮਝਾ ਰਹੇ ਸੀਗੇ, ਕਿਉਂ ਹੋਇਆ, ਕਿਵੇਂ ਹੋਇਆ? ਉਹ ਇਸ ਤਰ੍ਹਾਂ ਸੀ ਕਿ ਜਿਹੜਾ ਇਹਨਾਂ ਨੇ ਗਵਰਨਮੈਂਟ ਨੇ ਇਸ਼ਤਿਹਾਰ ਦਿੱਤਾ ਸੀਗਾ, ਉਹਦੇ ਵਿੱਚ ਉਹਨਾਂ ਨੇ ਇੱਕ ਲਮਸਮ ਪੈਸੇ ਦੇ ਦਿੱਤੇ ਸੀ ਕਿ ਇੰਨੇ ਪੈਸੇ ਇਹਦੇ ਵਿੱਚੋਂ ਡਿਸਪੈਂਸਰੀ ਦਾ ਪੈਰਾਮੈਡੀਕਲ ਨੂੰ ਇੰਨੇ ਦੇਣੇ, ਜਦ ਕਿ ਪੈਰਾਮੈਡੀਕਲ ਫਾਰਮਾਸਿਸਟ ਲਫ਼ਜ਼ ਹੋਣਾ ਚਾਹੀਦਾ ਸੀ, ਕਿਉਂਕਿ ਜਿਹੜੀ ਦਵਾਈਆਂ ਦੀ ਡਿਸਪੈਂਸਿੰਗ ਆ ਉਹ 1948 ਦਾ ਐਕਟ ਕਹਿੰਦਾ ਹੈ ਕਿ ਸਿਰਫ ਤੇ ਸਿਰਫ ਇੱਕ ਕੁਆਲੀਫਾਈਡ ਫਾਰਮਾਸਿਸਟ ਹੀ ਕਰ ਸਕਦਾ ਹੈ। ਚਲੋ ਉੱਥੇ ਕਈ ਉਹਨਾਂ ਨੇ ਨਾਨ ਕੁਆਲੀਫਾਈਡ ਬੰਦੇ ਵੀ ਰੱਖ ਲਏ ਕਈ ਡਾਕਟਰਾਂ ਨੇ, ਇਸ ਕਰਕੇ ਕਿਉਂਕਿ ਉਹਨਾਂ ਨੂੰ ਥੋੜ੍ਹੇ ਪੈਸੇ ਦੇਣੇ ਪੈਣੇ ਸੀ। ਇੱਕ ਤਾਂ ਇਹ ਇਸ਼ੂ ਬਹੁਤ ਵੱਡਾ ਬਣ ਗਿਆ।
ਦੂਜਾ ਇਹ ਸੀਗਾ ਕਿ ਜਦੋਂ ਪੈਸੇ ਦਿੰਦੇ ਸੀ ਡਾਕਟਰਾਂ ਦਾ ਇੰਨਾ ਕੁ ਦਬਾਅ ਸੀਗਾ ਵੀ ਕਈ ਫਾਰਮਾਸਿਸਟ ਵਿਚਾਰੇ ਜਿਹੜੇ ਸੋਚਦੇ ਸੀ ਕਿ ਚਲੋ ਜਿੰਨੇ ਮਿਲਦੇ ਉਹਨੇ ਲੈ ਲਓ। ਜਦ ਗਵਰਨਮੈਂਟ ਨੇ 5000 ਰੁਪਇਆ ਕੀਤਾ ਤੇ ਫਿਰ ਬਾਅਦ ਦੇ ਵਿੱਚ ਜਦੋਂ ਅਸੀਂ ਪ੍ਰੈਸ ਪਾਇਆ, ਅਸੀਂ ਬੜੀ ਇਹਦੇ ਵਾਸਤੇ ਲੜਾਈ ਲੜੀ ਤੇ ਉਦੋਂ ਫਿਰ 5000 ਗਵਰਨਮੈਂਟ ਨੇ ਕਰ ਦਿੱਤਾ ਕਿ ਬਾਈ ਚੈੱਕ ਦਿੱਤਾ ਜਾਏ। ਉਦੋਂ ਵੀ ਕਈ ਮਾਲਵੇ ਏਰੀਏ ਦੇ ਵਿੱਚ ਸਾਨੂੰ ਪਤਾ ਲੱਗਾ ਵੀ ਕਈ ਜਗ੍ਹਾ ਤੇ ਇਸ ਤਰ੍ਹਾਂ ਸੀਗਾ ਕਿ ਫਾਰਮਾਸਿਸਟ ਨੂੰ ਇੰਨਾ ਪ੍ਰੈਸ਼ਰਾਈਜ਼ ਕੀਤਾ ਸੀ ਕਿ ਚੈੱਕ ਤੇ ਦੇਵਾਂਗੇ 5000 ਦਾ, ਪਰ 2000 ਤੇਰੇ ਕੋਲ ਅੰਡਰ ਦੀ ਟੇਬਲ ਲਵਾਂਗੇ ਤੇ ਨਹੀਂ ਤੇ ਡਿਊਟੀ ਤੋਂ ਬਾਹਰ। ਇਹਦੇ ਵਾਸਤੇ ਅਸੀਂ ਲੜਾਈ ਲੜੀ ਔਰ ਬਹੁਤ ਵੱਡੀ ਲੜਾਈ ਦੇ ਵਿੱਚ ਸਾਡੇ ਤੇ 5-6 ਵਾਰੀ ਪਰਚੇ ਵੀ ਹੋਏ, ਸਾਨੂੰ ਜੇਲ੍ਹਾਂ 'ਚ ਵੀ ਜਾਣਾ ਪਿਆ। ਉਸ ਤੋਂ ਬਾਅਦ ਜਾ ਕੇ ਸਾਡਾ ਜਿਹੜਾ ਸਿੱਧਾ ਕੰਟਰੈਕਟ ਗਵਰਨਮੈਂਟ ਦੇ ਨਾਲ ਹੋਇਆ 2011 'ਚ। ਉਦੋਂ ਸਾਨੂੰ ਇਹਨਾਂ ਨੇ ਪਹਿਲਾਂ 6250 ਰੁਪਏ ਤੇ ਫਿਰ 7000 ਰੁਪਈਆ ਮਹੀਨਾ ਜਿਹੜੀ ਆ ਫਿਕਸ ਪੇ ਕੀਤੀ, ਜਿਹੜੀ ਸਾਨੂੰ ਖਜ਼ਾਨੇ 'ਚੋਂ ਮਿਲਦੀ। ਹੁਣ ਜਾ ਕੇ ਜਿਹੜੀ ਇਹ ਗਵਰਨਮੈਂਟ ਆਈ ਆ, ਆਪਣੇ ਕੈਪਟਨ ਸਾਹਿਬ ਦੀ ਦੁਬਾਰਾ ਗਵਰਨਮੈਂਟ ਜਦੋਂ ਆਈ, ਉਦੋਂ ਸਾਨੂੰ ਇਹ 7000 ਦੇ ਵਿੱਚ 1000 ਵਾਧਾ ਜਿਹੜਾ ਵਾ ਪੰਚਾਇਤ ਵਿਭਾਗ ਵੱਲੋਂ ਕੀਤਾ ਜਾਂਦਾ ਰਿਹਾ। ਉਹ ਵੀ ਬੜੀ ਲੜਾਈ ਦੇਣ ਤੋਂ ਬਾਅਦ। ਇਹ ਨਹੀਂ ਕਿ ਆਰਾਮ ਨਾਲ ਆਪਣੀ ਮਰਜ਼ੀ ਨਾਲ ਨਹੀਂ। ਪਿਛਲੇ ਜਿਹੜੇ 10 ਸਾਲ ਜਿਹੜੀ ਗਵਰਨਮੈਂਟ ਰਹੀ ਉਹਨੇ ਤਾਂ ਸਾਡਾ ਇੱਕ ਪੈਸਾ ਵੀ ਚੱਜ ਨਾਲ ਨਹੀਂ ਵਧਾਇਆ। ਇਸ ਗਵਰਨਮੈਂਟ ਨੇ ਆਣ ਕੇ ਜ਼ਰੂਰ ਥੋੜੇ ਪੈਸੇ ਸਾਡੇ ਵਧਾਏ, ਪਰ ਇਹ ਪੈਸੇ ਦੇਖੋ 11000 ਰੁਪਈਆ ਇੱਕ ਫਾਰਮਾਸਿਸਟ ਦੀ ਸੈਲਰੀ ਕੋਈ ਸੈਲਰੀ ਨਹੀਂ ਆ ਜੀ। 11000 ਤੇ ਸਾਡਾ ਡਿਸਪੈਂਸਰੀ ਆਉਣ ਜਾਣ ਦਾ ਤੇਲ ਦਾ ਖਰਚਾ ਲੱਗ ਜਾਂਦਾ। ਸਾਡੇ ਨਾਲ ਦਰਜਾ 4 ਕਰਮਚਾਰੀ ਨੇ, ਉਹਨਾਂ ਨੂੰ ਪਹਿਲਾਂ ਕੀ ਦਿੰਦੇ ਸੀ 500 ਰੁਪਈਆ, ਫਿਰ ਕੀਤਾ 1000 ਰੁਪਈਆ, ਫਿਰ 3000, ਹੁਣ ਇਸ ਵੇਲੇ ਉਹਨਾਂ ਵਿਚਾਰਿਆਂ ਨੂੰ 6000 ਰੁਪਈਆ ਮਿਲ ਰਿਹਾ। ਹੁਣ ਤੁਸੀਂ ਦੱਸੋ 6000 ਦੇ ਨਾਲ ਕੋਈ ਆਪਣਾ ਘਰ ਚਲਾਏਗਾ ਕਿ ਦਵਾਈਆਂ ਆਪਣੇ ਡਿਸਪੈਂਸਰੀ ਦੇ ਆਉਣ ਜਾਣ ਦਾ ਕਿਰਾਇਆ ਖਰਚ ਕਰੇਗਾ? ਬਿਲਕੁਲ। ਵਿਕਰਮ ਜੀ, ਇੱਕ ਤੁਸੀਂ ਜ਼ਰੂਰ ਦੱਸਣਾ ਤੁਹਾਡੀ ਭਰਤੀਆਂ ਬਾਰੇ। ਤੁਸੀਂ ਮੈਨੂੰ ਦੱਸ ਰਹੇ 2006 'ਚ ਭਰਤੀ ਹੋਈ, ਕਿਸ ਤਰ੍ਹਾਂ ਫਿਰ ਕੀ ਚੇਂਜਸ ਆਈਆਂ ਉਹ ਦੱਸਣਾ। 2006 ਦੇ ਵਿੱਚ ਜਦੋਂ ਸਾਨੂੰ ਇਹ ਰੱਖਿਆ ਗਿਆ ਵਾ, ਮੈਂ ਵੀ 2006 ਦਾ ਹੀ ਭਰਤੀ ਹਾਂ ਜੀ। 2006 ਤੋਂ ਬਾਅਦ ਮੁੜ ਕੇ ਇਹਨਾਂ ਨੇ 2009 'ਚ ਇੱਕ ਵਾਰੀ ਫਿਰ ਐਡਵਰਟਾਈਜ਼ਮੈਂਟ ਕੀਤੀ ਹੈ। ਉਦੋਂ ਵੀ ਫਾਰਮਾਸਿਸਟ ਜਿਹੜਾ ਵਾ, ਕਿਉਂਕਿ ਪਹਿਲਾਂ ਇਹਨਾਂ ਪੈਰਾਮੈਡੀਕਲ ਲਫ਼ਜ਼ ਲਿਖਿਆ ਸੀ, ਉਦੋਂ ਇਹਨਾਂ ਨੇ ਫਾਰਮਾਸਿਸਟ ਜਿਹੜਾ ਉਹਦੇ 'ਚ ਮੈਂਸ਼ਨ ਕਰਤਾ, ਉਹ ਵੀ ਸਾਡੀ ਲੜਾਈ ਦੇਣ ਤੋਂ ਬਾਅਦ। ਉਸ ਤੋਂ ਬਾਅਦ ਭਰਤੀਆਂ ਤੇ ਸਰਕਾਰ ਨੇ ਬੜੀਆਂ ਕੀਤੀਆਂ। ਅਜੇ ਪਿੱਛੇ ਜੇ ਇਹਨਾਂ ਨੇ ਰੈਗੂਲਰ ਭਰਤੀ ਕੀਤੀ ਹੈ, ਜਿਹਦੇ ਵਿੱਚ ਇਹਨਾਂ ਨੇ ਆਪਣੇ 29200 ਦੇ ਉੱਤੇ ਫਾਰਮਾਸਿਸਟ ਜਿਹੜੇ ਆ ਰੈਗੂਲਰ ਤੌਰ ਤੇ ਭਰਤੀ ਕੀਤੇ ਜੀ। ਹੁਣ ਦੇਖੋ ਇੱਕ 15 ਸਾਲ ਇਹਦੇ 'ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਜਦ ਮੈਂ ਮੇਰੀ PSC ਲੈਵਲ ਤੇ ਡਿਊਟੀ ਸੀਗੀ ਆ ਕਰੋਨਾ ਕਾਲ ਦੇ ਵਿੱਚ ਹੀ, ਤੇ ਮੈਂ ਲੈ ਰਿਹਾ ਸੀ 11000 ਰੁਪਈਆ, ਔਰ ਜਿਹੜੇ ਫਾਰਮਾਸਿਸਟ ਉੱਥੇ ਅਪਾਇੰਟ ਹੋਏ ਰੈਗੂਲਰ, ਉਹਨਾਂ ਦੀ ਟ੍ਰੇਨਿੰਗ ਮੇਰੇ ਕੋਲ ਆਈ ਗਈ। ਔਰ ਜਦੋਂ ਉਹਨਾਂ ਨੂੰ ਨਹੀਂ ਸੀ ਪਤਾ ਕਿ ਮੈਨੂੰ ਕਿੰਨੇ ਪੈਸੇ ਮਿਲਦੇ। ਜਦ ਉਹ ਬੜੀ ਸੋਹਣੀ ਗੱਲਬਾਤ ਸਾਡੀ ਚੱਲਦੀ ਸੀ, ਅਸੀਂ ਬੜਾ ਵਧੀਆ ਕੰਮ ਕਰ ਰਹੇ ਸੀ, ਉਹਨਾਂ ਨੂੰ ਟ੍ਰੇਨ ਕੀਤਾ। ਉਹ ਬਾਅਦ 'ਚ ਇੱਕ ਦਿਨ ਕਹਿੰਦੇ ਵੀ ਸਰ ਤੁਹਾਨੂੰ ਕਿੰਨੇ ਪੈਸੇ ਮਿਲਦੇ ਆ? ਮੈਂ ਕਿਹਾ ਜੀ ਮੈਨੂੰ ਨਾ ਪੁੱਛੋ। ਕਹਿੰਦੇ ਕਿਉਂ? ਮੇਰਾ ਮਨ ਭਰ ਆਇਆ। ਕਹਿੰਦੇ, ਮੈਂ ਕਿਹਾ ਜੀ ਮੈਨੂੰ ਸਿਰਫ 11000 ਰੁਪਏ ਮਿਲਦਾ। ਉਹ ਵੀ ਇਸ 'ਚ ਬੜੇ ਹੈਰਾਨ ਹੋਏ ਵੀ ਇਹ ਕੀ ਹੋ ਰਿਹਾ ਵਾ, ਸਰਕਾਰ ਕੀ ਕਰ ਰਹੀ ਆ। ਤੇ ਹੁਣ ਆਪਣੇ ਜਿਹੜੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਡਿਪਾਰਟਮੈਂਟ ਨੇ, ਉਹਨਾਂ ਦੇ ਵਿੱਚ ਗਵਰਨਮੈਂਟ ਨੇ ਇੱਕ ਚੰਗੀਆਂ ਤਨਖਾਹਾਂ ਦੇ ਉੱਤੇ ਜਿਹੜੇ ਲੋਕ ਭਰਤੀ ਕੀਤੇ ਨੇ, ਪਰ ਸਾਡੇ ਨਾਲ ਇਹ 15.5 ਸਾਲ ਤੋਂ ਧੱਕੇਸ਼ਾਹੀ ਹੋ ਰਹੀ ਆ, ਜਿਹੜੀ ਕਿ ਨਾ ਸਹਿਣਯੋਗ ਆ, ਜਿਹਦੇ ਕਰਕੇ ਅੱਜ ਅਸੀਂ ਪੱਕੇ ਮੋਰਚੇ ਧਰਨੇ ਮੁਜ਼ਾਹਰੇ ਕਰ ਰਹੇ ਹਾਂ। ਬਿਲਕੁਲ। ਸ਼ੁਭਮ ਜੀ, ਤੁਸੀਂ ਵੀ 2008 ਦੇ ਭਰਤੀ ਹੋ ਤੇ ਤੁਸੀਂ ਹੈਲਥ ਡਿਪਾਰਟਮੈਂਟ 'ਚ ਹੁਣ ਟ੍ਰਾਂਸਫਰ ਹੋ ਗਏ ਹੋ। ਇਹ ਪ੍ਰੋਸੀਜਰ ਕੀ ਸੀਗਾ, ਕਿਵੇਂ ਹੋਇਆ ਪ੍ਰੋਸੈਸ? ਹੁਣ ਕਿਉਂਕਿ ਤੁਹਾਨੂੰ ਕੁਝ ਟਾਈਮ ਹੋ ਗਿਆ ਇੱਥੇ, ਇਹਦੇ ਫਾਇਦੇ ਨੁਕਸਾਨ ਇਸ ਬਾਰੇ ਦੱਸਿਓ। ਫਾਇਦੇ ਨੁਕਸਾਨ ਤਾਂ ਇਹ ਹੈ ਕਿ ਜਿਵੇਂ ਕਿ ਆਪਾਂ ਗੱਲਬਾਤ ਦੇ ਸ਼ੁਰੂ ਦੇ ਵਿੱਚ ਹੀ ਜ਼ਿਕਰ ਕੀਤਾ ਸੀ ਕਿ ਗਵਰਨਮੈਂਟ ਨੇ ਪਾਲਿਸੀ ਬਣਾ ਜ਼ਰੂਰ ਲਈ ਸੀ, ਬਟ ਕਿਵੇਂ ਨਾ ਕਿਵੇਂ ਸਰਕਾਰ ਦੇ ਲਈ ਇਹ ਚਿੱਟਾ ਹਾਥੀ ਹੀ ਬਣ ਚੁੱਕੀ ਸੀ। ਉਹਦਾ ਰੀਜ਼ਨ ਇਹੀ ਸੀ ਕਿ ਜੋ ਇੱਕ ਇੰਟੈਂਸ਼ਨ ਗਵਰਨਮੈਂਟ ਨੂੰ ਚਾਹੀਦੀ ਹੈ ਇੱਕ ਹੈਲਥ ਕੇਅਰ ਸਿਸਟਮ ਨੂੰ ਚਲਾਉਣ ਲਈ, ਉਹ ਇੰਟੈਂਸ਼ਨ ਸਰਕਾਰ ਦੇ ਵਿੱਚ ਕਿਤੇ ਨਜ਼ਰ ਹੀ ਨਹੀਂ ਆਈ। ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਸੀ ਕਿ ਜੋ ਇੱਕ ਹੈਲਥ ਕੇਅਰ EMPLOYEE ਹੈ, ਜੋ ਖੁਦ ਹੀ ਅਨਸੈਟਿਸਫਾਈਡ ਹੋਊਗਾ, ਤਾਂ ਜਿਨ੍ਹਾਂ ਨੂੰ ਉਹਨੇ ਸਰਵਿਸ ਦੇਣੀ ਹੈ, ਉਹ ਹੋਲ ਹਾਰਟedly ਆਪਦੀ ਸਰਵਿਸ ਕਿਦਾਂ ਦੇਊਗਾ? ਜੇ ਅਸੀਂ ਆਪਦੀ ਤਨਖਾਹ ਦੀ ਗੱਲ ਕਰੀਏ ਤਾਂ 5000, ਫਿਰ 2011 ਤੋਂ ਲੈ ਕੇ 2016 ਤੱਕ 5 ਸਾਲ ਅਸੀਂ ਸੇਮ ਸੈਲਰੀ 7000 ਤੇ ਕੰਮ ਕੀਤਾ, ਠੀਕ ਹੈ। ਉਸ ਤੋਂ ਬਾਅਦ ਜ਼ਰੂਰ ਚਲੋ ਆ ਕੇ ਇਹਨਾਂ ਨੇ ਇੱਕ ਲੰਪਸਮ ਜਿਹੜੇ ਵਾਧੇ ਉਹ ਸ਼ੁਰੂ ਕੀਤੇ ਹੈ 1000 ਰੁਪਏ ਦੇ, ਲੇਕਿਨ ਅੱਜ ਵੀ ਅਸੀਂ ਜਿਹੜੇ ਹੈਗੇ ਆ ਉਹ 11000 ਰੁਪਏ ਦੀ ਕੰਸੋਲੀਡੇਟਡ ਸੈਲਰੀ ਤੇ ਕੰਮ ਕਰ ਰਹੇ ਹਾਂ। ਸਾਡੀ ਕੋਈ ਸੋਸ਼ਲ ਸਿਕਿਉਰਿਟੀ ਨਹੀਂ ਹੈ, ਬਿਲਕੁਲ ਕੋਈ ਸਾਡੀ ਮੈਡੀਕਲ ਸਿਕਿਉਰਿਟੀ ਨਹੀਂ ਹੈ। ਜੇ ਅਸੀਂ ਅੱਜ ਦੀ ਗੱਲ ਕਰੀਏ ਕਿ ਕੋਵਿਡ ਦੇ ਦੌਰਾਨ ਸਾਡੇ ਤਕਰੀਬਨ 100+ ਜਿਹੜੇ EMPLOYEE ਸੀਗੇ ਉਹ ਕੋਵਿਡ ਪੋਜ਼ਿਟਿਵ ਹੋਏ। ਕਈਆਂ ਨੇ ਆਪਦਾ ਟ੍ਰੀਟਮੈਂਟ ਆਪਦੀ ਜੇਬ ਚੋਂ ਕਰਾਇਆ, ਜਿਹਦੇ ਵਿੱਚ ਕਿਸੇ ਦਾ ਕੋਈ 10,000, ਕਿਸੇ ਦਾ 20,000, ਕਿਸੇ ਦਾ 30,000, ਕਿਸੇ ਦਾ 50,000 ਤੱਕ ਵੀ ਖਰਚਾ ਆਇਆ। ਤੇ ਗਵਰਨਮੈਂਟ ਜੋ ਵਾਅਦੇ ਕਰਦੀ ਹੈ, ਜੋ ਦਾਅਵੇ ਕਰਦੀ ਹੈ ਕਿ ਅਸੀਂ ਜੇ ਇਹਨਾਂ ਨੂੰ 50 ਲੱਖ ਦਾ ਇੰਸ਼ੋਰੈਂਸ ਦਿੱਤਾ ਹੈ, ਅਸੀਂ ਇਹਨਾਂ ਨੂੰ ਫ੍ਰੀ ਟ੍ਰੀਟਮੈਂਟ ਦਿੱਤਾ ਹੈ। ਫ੍ਰੀ ਟ੍ਰੀਟਮੈਂਟ ਦੇ ਨਾਂ ਤੇ ਇੱਕ ਸਿਰਫ ਤੇ ਸਿਰਫ 100 ਰੁਪਏ ਦਾ ਆਕਸੀਮੀਟਰ ਮਿਲਦਾ ਸੀ, ਉਹ ਵੀ ਕਈ ਵਾਰੀ ਹੁੰਦਾ ਸੀ, ਕਈ ਵਾਰੀ ਕਹਿੰਦੇ ਸੀ ਕਿਸੇ ਨਾਲ ਸ਼ੇਅਰ ਕਰ ਲਓ। ਮਤਲਬ ਇਸ ਤਰੀਕੇ ਦੇ ਜਿਹੜੇ ਹਾਲਾਤ ਸੀ। ਇਹ ਜਿਹੜਾ ਸਵਾਲ ਤੁਸੀਂ ਪੁੱਛਿਆ ਹੈ ਕਿ ਇਹ ਕਿਸ ਤਰੀਕੇ ਨਾਲ, ਸਰਕਾਰ ਦੀ ਕੋਸ਼ਿਸ਼ ਕਾਫੀ ਟਾਈਮ ਤੋਂ ਸੀਗੀ ਕਿ ਇਹਨਾਂ ਨੂੰ ਹੈਲਥ ਡਿਪਾਰਟਮੈਂਟ ਦੇ ਵਿੱਚ ਮਰਜ ਕੀਤਾ ਜਾਵੇ। ਸ਼ਾਇਦ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਲੱਗ ਰਿਹਾ ਸੀ ਕਿ ਸਾਡੇ ਤੋਂ ਬਹੁਤ ਵੱਡਾ ਬਲੰਡਰ ਹੋਇਆ, ਲੇਕਿਨ
ਜੋ ਆਰਐਮਓਜ਼ ਇਹਨਾਂ ਨੇ 2011 ਦੇ ਵਿੱਚ ਰੈਗੂਲਰ ਕੀਤੇ ਨੇ, ਸ਼ਾਇਦ ਚਾਹ ਤਾਂ ਇਹਨਾਂ ਦੀਆਂ ਕੋਈ ਸੰਵਿਧਾਨਕ ਮਜਬੂਰੀਆਂ ਸੀ, ਜਾਂ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਸਹਿਮਤੀ ਲਏ ਬਿਨਾ ਉਹਨਾਂ ਨੂੰ ਸਿਹਤ ਵਿਭਾਗ ਦੇ ਵਿੱਚ ਸ਼ਿਫਟ ਨਹੀਂ ਕੀਤਾ ਜਾ ਸਕਦਾ ਸੀ। ਹੌਲੀ ਹੌਲੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਡਿਊਰਿੰਗ ਦਾ, ਜੇ ਆਪਾਂ ਵੇਖਿਆ ਜਾਵੇ ਟਾਈਮ, ਗੱਲਬਾਤ ਦੇ ਦੌਰਾਨ ਕਿਵੇਂ ਨਾ ਕਿਵੇਂ ਕੁਝ, ਕਿਉਂਕਿ ਉੱਥੇ ਵੀ ਇਹਨਾਂ ਨੂੰ ਇੱਕ ਇਸ਼ੂ ਆਇਆ ਸੀ ਕਿ ਜਿਹੜੇ ਉੱਥੇ ਕੋਈ ਪ੍ਰਮੋਸ਼ਨ ਚੈਨਲ ਨਹੀਂ ਸੀਗਾ, ਜਿਹੜੇ ਰੈਗੂਲਰ EMPLOYE ਆਰਐਮਓ ਸੀਗੇ, ਜਾਂ ਤਾਂ ਉਹਨਾਂ ਦੀਆਂ ਇੰਟੈਂਸ਼ਨਸ ਲਗਾ ਲਓ ਜਾਂ ਉਹਨਾਂ ਵੱਲੋਂ ਅਪਰੋਚ ਕਰਨ ਤੇ ਸ਼ਾਇਦ ਡਿਪਾਰਟਮੈਂਟ ਨੇ ਇੱਕ ਐਮੀਕੇਬਲ ਜਿਹਾ ਸੋਲੂਸ਼ਨ ਕੱਢਿਆ ਕਿ ਜੋ ਵਿਲਿੰਗ ਆਰਐਮਓਜ਼ ਨੇ ਉਹਨਾਂ ਨੂੰ ਅਸੀਂ ਸਿਹਤ ਵਿਭਾਗ ਦੇ ਵਿੱਚ ਲੈ ਆਈਏ, ਜੋ ਐਡਾਮੈਂਟ ਨੇ ਉਹ ਉਧਰ ਹੀ ਰਹਿਣ। ਠੀਕ ਹੈ। ਸੋ ਉਸ ਦੌਰਾਨ ਇੱਕ ਫਿਰ ਇਹਨਾਂ ਨੇ ਪਾਲਿਸੀ ਫਰੇਮ ਕੀਤੀ ਹੈ ਕਿ ਜਿਹੜੀਆਂ ਵੇਕੈਂਟ ਡਿਸਪੈਂਸਰੀਆਂ ਨੇ, ਕਿਉਂਕਿ ਉੱਥੇ ਤਕਰੀਬਨ ਸਾਡੀਆਂ 1186 ਪੋਸਟਾਂ ਸੀਗੀਆਂ ਜਿਹੜੀਆਂ ਡਿਸਪੈਂਸਰੀਆਂ ਪਿੰਡੂ, ਉਸ ਦੌਰਾਨ ਉਹਦੇ ਵਿੱਚ ਤਕਰੀਬਨ 650 ਜਿਹੜੇ ਮੈਡੀਕਲ ਆਫੀਸਰ ਆ ਉਸ ਵੇਲੇ ਕੰਮ ਕਰ ਰਹੇ ਸੀਗੇ। ਉਹਨਾਂ ਦੇ ਵਿੱਚ ਫਿਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਤਾਂ ਬਾਕੀ ਡਿਸਪੈਂਸਰੀਆਂ ਵੇਕੈਂਟ ਨੇ ਉਹਨਾਂ ਨੂੰ ਤਾਂ ਐਜ਼ ਸੱਚ ਵਿਦ ਸਟਾਫ ਸ਼ਿਫਟ ਕਰ ਦਿਓ, ਜਿਹੜੇ ਮੈਡੀਕਲ ਆਫੀਸਰ ਉੱਥੇ ਕੰਮ ਕਰ ਰਹੇ ਨੇ, ਜਿਹੜੇ ਵਿਲਿੰਗ ਨੇ, ਉਹਨਾਂ ਤੋਂ ਕੰਸੈਂਟ ਲੈ ਕੇ ਤੇ ਉਹਨਾਂ ਦਾ ਜਿਹੜਾ ਸਮੇਤ ਸਟਾਫ ਹੈ ਸ਼ਿਫਟ ਕਰ ਦਿੱਤਾ ਗਿਆ। ਤੇ ਹੈਰਾਨਗੀ ਦੀ ਗੱਲ ਇਹ ਹੈ ਵੀ ਸਾਨੂੰ ਪੁੱਛਿਆ ਵੀ ਨਹੀਂ ਗਿਆ ਕਿ ਤੁਸੀਂ ਕਿੱਧਰ ਜਾਣਾ ਚਾਹੁੰਦੇ। ਡਾਕਟਰ ਦੀ ਮਰਜ਼ੀ ਨਾਲ ਤੁਹਾਡੇ ਨਾਲ, ਡਾਕਟਰ ਦੀ ਮਰਜ਼ੀ ਸੀ। ਅਸੀਂ 2006 'ਚ ਵੀ ਡਾਕਟਰ ਦੀ ਮਰਜ਼ੀ ਸੀ ਤੇ 10 ਸਾਲ ਬਾਅਦ ਵੀ ਇਹਨਾਂ ਨੇ ਉਹੀ ਸੀਨ ਹੈ ਜਿਹੜਾ ਉਹ ਰੀਕ੍ਰੀਏਟ ਕਰਤਾ ਕਿ ਅੱਜ ਵੀ ਤੁਸੀਂ ਡਾਕਟਰ ਦੀ ਮਰਜ਼ੀ ਤੇ ਹੀ ਹੋ। ਸੋ ਇਹ ਜਿਹੜਾ ਪ੍ਰੋਸੀਜਰ ਸੀ ਉਹਨਾਂ ਨੇ ਲੈ ਕੇ ਆਂਦਾ। 1 ਮਾਰਚ 2021 ਨੂੰ ਇਹਨਾਂ ਨੇ ਕੈਬਨਿਟ 'ਚ ਡਿਸਾਈਡ ਕੀਤਾ ਕਿ ਅਸੀਂ 618 ਡਿਸਪੈਂਸਰੀਆਂ ਜਿਹੜੀਆਂ ਉਹ ਸਿਹਤ ਵਿਭਾਗ ਦੇ ਵਿੱਚ ਸ਼ਿਫਟ ਕਰ ਦਿੱਤੀਆਂ ਸੀ। ਤੇ ਬੜਾ ਦੁੱਖ ਹੁੰਦਾ ਹੈ ਦੱਸਦੇ ਹਾਂ ਕਿ ਅਸੀਂ ਕੋਵਿਡ ਦੇ ਪੀਕ ਦੇ ਵਿੱਚ 11,000 ਰੁਪਏ ਸੈਲਰੀ, ਜੋ ਕਿ ਪਹਿਲਾਂ ਹੀ ਬਹੁਤ ਥੋੜੀ ਹੈ, 7 ਮਹੀਨੇ ਸਾਨੂੰ ਇਹਨਾਂ ਨੇ ਸੈਲਰੀ ਨਹੀਂ ਦਿੱਤੀ। ਸਾਨੂੰ ਉਹਦੇ ਲਈ ਵੀ ਲੜਨਾ ਪਿਆ ਕਿ ਜੋ 11,000 ਸਾਨੂੰ ਮਿਲਦਾ ਸੀ, ਉਹਦੇ ਲਈ ਵੀ ਲੜਨ ਤੋਂ ਬਾਅਦ ਅੱਜ ਵੀ ਪੋਜੀਸ਼ਨ ਇਹ ਹੈ ਕਿ ਤਕਰੀਬਨ ਸਾਡੇ 15 ਤੋਂ 20% ਬਲਾਕ ਇਹੋ ਜਿਹੇ ਜਿਨ੍ਹਾਂ ਨੂੰ ਅੱਜ ਵੀ ਸੈਲਰੀ ਨਹੀਂ ਮਿਲੀ। ਤੇ 11,000 ਸਾਲ ਹੋ ਗਿਆ ਹੋਊਗਾ ਉਹਨਾਂ ਨੂੰ, ਤਾਂ ਤਕਰੀਬਨ ਸਾਨੂੰ 7ਵਾਂ ਮਹੀਨਾ ਚੱਲ ਪਿਆ ਜੀ ਸ਼ਿਫਟ ਹੋਇਆ ਨੂੰ ਜੀ। ਤੇ ਜਿਹੜਾ ਕੰਮ ਹੈ ਉਹ ਲੋੜ ਤੋਂ ਜ਼ਿਆਦਾ ਲਿਆ ਜਾ ਰਿਹਾ ਜੀ। ਹਾਂ, ਤੁਸੀਂ ਦੱਸ ਰਹੇ ਸੀ ਕੋਵਿਡ ਵਿੱਚ ਵੀ ਤੁਹਾਨੂੰ ਸਿਰਫ ਫਾਰਮਾਸਿਸਟ ਨਹੀਂ, ਤੁਹਾਨੂੰ ਹੋਰ ਕਈ ਜੌਬਸ ਕਰਨੀਆਂ ਪਈਆਂ, ਬਲਕਿ ਆਪਣੀ ਡਿਸਪੈਂਸਰੀਆਂ ਤੋਂ ਵੱਧ ਕੇ ਕਰਨਾ ਪਿਆ ਕੰਮ। ਉੱਥੇ ਸਾਨੂੰ ਫਲੂ ਕਾਰਨਰ ਡੈਸਕ ਦੇ ਉੱਤੇ ਵੀ ਲਗਾਇਆ ਗਿਆ। ਜਦ ਪੇਸ਼ੈਂਟ ਆਉਂਦਾ ਵਾ, ਕੋਈ ਵੀ ਪੇਸ਼ੈਂਟ ਜਦੋਂ ਸਿਵਲ ਹਸਪੀਟਲ 'ਚ ਆਉਂਦਾ ਵਾ, ਪਹਿਲਾਂ ਸਾਡੇ ਕੋਲ ਆਏਗਾ, ਉਸ ਤੋਂ ਬਾਅਦ ਉਹ ਅੱਗੇ ਜਾਏਗਾ। ਅਸੀਂ ਚੈੱਕ ਕਰਾਂਗੇ ਵੀ ਇਹਨੂੰ ਕੋਈ ਸਿੰਪਟਮ ਹੈਗੇ ਕਿ ਨਹੀਂ ਹੈਗੇ, ਉਹ ਆਪਣੇ ਤੇ ਚੱਲਾਂਗੇ। ਉਹਦੇ 'ਚ ਸਾਨੂੰ ਕੋਈ ਸਾਨੂੰ ਮਤਲਬ ਕੋਈ ਕਵਚ ਨਹੀਂ ਦਿੱਤੇ ਗਏ, ਮਤਲਬ ਕਹਿ ਲਓ ਵੀ ਇੱਕ ਸਿੰਪਲ ਮਾਸਕ ਸਾਨੂੰ ਦਿੱਤੇ ਗਏ, ਉਹਦੇ 'ਚ ਕੀਤਾ। ਉਸ ਤੋਂ ਬਾਅਦ ਸਾਨੂੰ ਆਪਣੇ ਵਾਰਡਾਂ ਦੇ ਵਿੱਚ ਜਿੱਥੇ ਪੇਸ਼ੈਂਟ ਆਪਣੇ ਐਡਮਿਟ ਕਰਦੇ ਆ, ਉੱਥੇ ਵੀ ਅਸੀਂ ਕੰਮ ਕੀਤਾ। ਉਹ ਤੋਂ ਇਲਾਵਾ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਸਾਡੀਆਂ ਡਿਊਟੀਆਂ ਲੱਗੀਆਂ, ਵਾਹਗਾ ਬਾਰਡਰ ਤੇ ਅੰਮ੍ਰਿਤਸਰ 'ਚ ਲੱਗੀਆਂ, ਜੇਲ੍ਹਾਂ ਦੇ ਵਿੱਚ ਗੁਰਦਾਸਪੁਰ ਜੇਲ੍ਹ 'ਚ ਸਾਡੇ ਫਾਰਮਾਸਿਸਟ ਨੇ ਡਿਊਟੀ ਲੱਗੀ, ਹੋਰ ਵੀ ਜੇਲ੍ਹਾਂ, ਮਤਲਬ ਸਾਰੇ ਜ਼ਿਲ੍ਹਿਆਂ ਦੀ ਮੈਂ ਤੁਹਾਨੂੰ ਦੱਸਦਾ ਕਿ ਸਾਰੇ ਜ਼ਿਲ੍ਹਿਆਂ ਵਿੱਚ ਇਵੇਂ ਲੱਗੀਆਂ। ਔਰ ਜਿਹੜਾ 50 ਲੱਖ ਦਾ ਬੀਮਾ ਸੀ ਕਿ ਅਗਰ ਜੇ EMPLOYE ਨੂੰ, ਗਵਰਨਮੈਂਟ EMPLOYE ਨੂੰ ਕੁਝ ਹੋ ਜਾਂਦਾ ਵਾ ਇਸ ਦੇ ਦੌਰਾਨ, ਤੇ ਉਹ ਸਿਰਫ ਤੇ ਸਿਰਫ ਰੈਗੂਲਰ ਮੁਲਾਜ਼ਮਾਂ ਨੂੰ ਦਿੱਤਾ ਗਿਆ। ਸਾਡੀ ਮਤਲਬ ਜਵਾਨ ਦੀ ਕੋਈ ਪਰਵਾਹ ਨਹੀਂ ਕੀਤੀ ਗਈ। ਇਹਦੇ ਨਾਲ ਮੈਂ ਤੁਹਾਨੂੰ ਦੂਜੀ ਗੱਲ ਦੱਸਣਾ ਕਿ ਹੁਣ ਇਹਨਾਂ ਨੇ ਗਵਰਨਮੈਂਟ ਨੇ 36,000 ਮੁਲਾਜ਼ਮਾਂ ਦਾ ਇੱਕ ਐਕਟ ਜਿਹੜਾ ਵਾ ਲਿਆਂਦਾ, ਉਹ ਸ਼ੁਰਲੀ ਛੱਡੀ ਹੈ ਜੀ, ਸ਼ੁਰਲੀ ਛੱਡੀ, ਜਿਹੜਾ ਕਾਨੂੰਨ ਬਣਾਉਣਾ ਸੀ ਜੀ, ਪਰ ਉਹ ਗਵਰਨਰ ਦੇ ਸਾਈਨ ਨਾਲ ਨਾ ਹੋਣਾ ਸੀ ਜੀ। ਅੱਜ 45 ਤੋਂ 46 ਦਿਨ ਹੋ ਗਿਆ ਜੀ ਇਹਨਾਂ ਕੋਲ ਗਵਰਨਰ ਦੇ ਸਾਈਨ ਹੀ ਨਹੀਂ ਕਰਵਾਏ ਗਏ ਜੀ। ਤੇ ਸਾਨੂੰ ਹਰ ਮੀਟਿੰਗ ਦੇ ਵਿੱਚ ਜਦੋਂ ਵੀ ਅਸੀਂ ਗਵਰਨਮੈਂਟ ਕੋ ਗਏ ਆ, ਮੰਤਰੀ ਸਾਹਿਬਾਨ ਕੋ ਗਏ ਆ, ਡਾਇਰੈਕਟਰ ਦਫ਼ਤਰ ਗਏ, ਕਿਤੇ ਵੀ ਗਏ ਆ, ਸਾਨੂੰ ਇਹ ਕਹਤਾ ਹੈਗਾ ਕਿ ਐਕਟ ਆ ਰਿਹਾ ਵਾ, ਐਕਟ ਦੇ ਵਿੱਚ ਤੁਹਾਨੂੰ ਰੈਗੂਲਰ ਕਰ ਰਹੇ ਆ ਜੀ। ਪਹਿਲਾਂ ਹੁੰਦਾ ਸੀਗਾ ਜਦੋਂ ਆਪਣੇ ਪਹਿਲੀ ਸਰਕਾਰ ਸੀਗੀ, ਉਦੋਂ ਤਾਂ ਇਹ ਕਿਹਾ ਜਾਂਦਾ ਸੀ ਕਿ ਤੁਹਾਡੀ ਭਰਤੀ ਜਿਹੜੀ ਆ ਜੀ ਉਹ ਡਾਕਟਰਾਂ ਵੱਲੋਂ ਕੀਤੀ ਗਈ, ਜਦ ਕਿ ਇਹਦੇ ਵਿੱਚ ਸਾਡੇ ਕੋਲ ਸਾਰੇ ਪ੍ਰੂਫ ਨੇ। ਸਾਡਾ ਇਸ਼ਤਿਹਾਰ ਆਇਆ, ਇਸ਼ਤਿਹਾਰ ਦੇ ਵਿੱਚ ਮੈਂਸ਼ਨ ਕੀਤਾ ਗਿਆ ਕਿ ਪੈਰਾਮੈਡੀਕਲ ਰੱਖਣਾ। 2009 'ਚ ਫਿਰ ਦੁਬਾਰਾ ਇਸ਼ਤਿਹਾਰ ਆਇਆ, ਉਹ 'ਚ ਲਿਖਿਆ ਕਿ ਫਾਰਮਾਸਿਸਟ ਰੱਖਣਾ। ਫਿਰ ਸਾਡੀ ਭਰਤੀ ਕੋਈ ਆਪਣੇ ਆਪ ਥੋੜੀ ਅਸੀਂ ਜਾ ਕੇ ਭਰਤੀ ਹੋ ਗਏ ਇੰਨੀਆਂ ਘੱਟ ਤਨਖਾਹਾਂ ਤੇ। ਇਹ ਸ਼ੋਸ਼ਣ ਹੁੰਦਾ ਰਿਹਾ ਸਾਡਾ। ਉਸ ਤੋਂ ਬਾਅਦ ਜਦੋਂ ਹੁਣ ਡਿਪਾਰਟਮੈਂਟ ਨੇ ਮੰਨਿਆ ਲਿਖਤੀ ਤੌਰ ਤੇ ਕਿ ਨਹੀਂ, ਤੁਹਾਡੀ ਭਰਤੀ ਬਿਲਕੁਲ ਜੈਨੂਅਨ ਆ, ਇਸ਼ਤਿਹਾਰ ਦੇ ਰਾਹੀਂ ਆ। ਸਾਡੇ ਮੰਤਰੀ ਸਾਹਿਬ ਨੇ ਮੰਨਿਆ ਕਿ ਬਿਲਕੁਲ ਲਿਖਤੀ ਮੰਨਿਆ ਵਾ ਕਿ ਬਿਲਕੁਲ ਇਹ ਭਰਤੀ ਜਾਇਜ਼ ਆ ਔਰ ਤੁਸੀਂ 36,000 ਮੁਲਾਜ਼ਮਾਂ ਚਾਹੋਗੇ। ਅਸੀਂ ਬੜੇ ਖੁਸ਼ ਸੀਗੇ। ਪਰ ਜਦੋਂ ਹੁਣ ਆ 45-46 ਦਿਨ ਬੀਤਣ ਤੋਂ ਬਾਅਦ ਅਜੇ ਤੱਕ ਇਹਨਾਂ ਨੇ ਗਵਰਨਰ ਸਾਹਿਬ ਤੋਂ ਸਾਈਨ ਨਹੀਂ ਕਰਵਾ ਸਕੇ। ਮੈਂ ਇੱਥੇ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਕਿ ਕੇਜਰੀਵਾਲ ਸਰਕਾਰ ਦਿੱਲੀ 'ਚ, ਮੈਂ ਕੋਈ ਉਹਨਾਂ ਦਾ ਹਮਾਇਤੀ ਨਹੀਂ, ਮੈਂ ਵੈਸੇ ਗੱਲ ਕਰ ਰਿਹਾ, ਇੱਕ ਮੁਲਾਜ਼ਮ ਉਹਦੀ ਕੋਈ ਸਰਕਾਰ, ਉਹਦਾ ਕੋਈ ਪਾਰਟੀ ਨਹੀਂ ਹੁੰਦੀ ਬਿਲਕੁਲ। ਪਰ ਉੱਥੇ ਜਦੋਂ LG ਨੇ ਉਹਨਾਂ ਦੇ ਇੱਕ ਐਕਟ ਦੇ ਉੱਤੇ ਸਾਈਨ ਨਹੀਂ ਕੀਤੇ ਤੇ ਕੇਜਰੀਵਾਲ ਸਾਹਿਬ ਨੇ ਆਪ ਜਾ ਕੇ ਉੱਥੇ ਧਰਨਾ ਲਾਇਆ, ਮੁੱਖ ਮੰਤਰੀ ਨੇ। ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਆ ਉਹ ਜਾ ਕੇ ਪਤਾ ਨਹੀਂ ਜਾਂਦੇ ਵੀ ਆ ਕਿ ਨਹੀਂ ਜਾਂਦੇ, ਸਾਨੂੰ ਕਹਤੇ ਕਿ ਅਸੀਂ ਜਾਂਦੇ ਆ, ਪਰ ਮੈਨੂੰ ਨਹੀਂ ਲੱਗਦਾ ਕਿ ਜਾਂਦੇ, ਕਿਉਂਕਿ ਉਹ ਜਦੋਂ ਕਹਿੰਦੇ ਅਸੀਂ ਜਾਂਦੇ ਉਦੋਂ ਤੋਂ ਕਦੇ ਕਿਸੇ ਜ਼ਿਲ੍ਹੇ 'ਚ ਕਦੀ ਕਿਸੇ ਜ਼ਿਲ੍ਹੇ 'ਚ ਉਹਨਾਂ ਦੀ ਆਉਂਦੀ ਹੈ। ਸੋ ਇਹਨਾਂ ਦਾ ਸਰਕਾਰ ਦਾ ਬਣਦਾ ਕਿ 1-2 ਦਿਨਾਂ ਦੇ ਵਿੱਚ ਹੀ ਉਹ ਐਕਟ ਜਿਹੜਾ ਲਾਗੂ ਕਰਨ ਤੇ ਸਾਨੂੰ ਜਿਹੜਾ ਅਸੀਂ 15.5 ਸਾਲ ਤੋਂ ਤਕਰੀਬਨ 16 ਹੀ ਹੋ ਚੱਲੇ ਆ, ਹੁਣ ਅਸੀਂ ਰੁੜ ਰਹੇ ਆ ਇੱਕ ਆਸ ਦੇ ਉੱਤੇ।
ਸਾਡੀ ਇੱਕੋ ਆਸ ਸੀਗੀ ਕਿ ਅਸੀਂ ਰੈਗੂਲਰ ਹੋਵਾਂਗੇ ਤੇ ਅਸੀਂ ਕੁਝ ਕਰ ਪਾਵਾਂਗੇ। ਹੁਣ ਸਾਡੇ ਬੱਚੇ ਜਿਹੜੇ ਆ 24 25 ਸਾਲ ਦੇ ਹੋ ਗਏ। ਬਿਲਕੁਲ। ਮੇਰੀ ਆਪਣੀ ਉਮਰ 48 ਸਾਲ ਆ ਜੀ, ਕਈ ਮੇਰੇ ਤੋਂ ਵੱਡੀ ਉਮਰ ਦੇ ਨੇ। ਔਰ ਤੁਸੀਂ ਇੱਕ ਸਿਤਮਜਰੀਫੀ ਇਹ ਵੀ ਆ ਕਿ ਸਾਡੇ ਕੁਝ ਸਾਥੀ 58 ਸਾਲ ਦੇ ਹੋ ਕੇ ਰਿਟਾਇਰ ਹੋ ਗਏ, ਬਿਨਾਂ ਕੋਈ ਪੈਨਸ਼ਨ, ਬਿਨਾਂ ਕੁਝ, ਕੋਈ ਵੀ ਕਿਸੇ ਕਿਸਮ ਦਾ ਉਹਨਾਂ ਨੂੰ ਮਤਲਬ ਕੋਈ ਲਾਭ ਨਹੀਂ ਦਿੱਤਾ ਗਿਆ ਜੀ। ਔਰ ਐਸੇ 11,000 ਤਨਖਾਹ ਤੇ ਵਿਚਾਰੇ ਆਪਣੇ ਘਰ ਚਲੇ ਗਏ। ਤੇ ਇਹ ਤੋਂ ਵੱਡਾ ਸ਼ੋਸ਼ਣ ਮੈਂ ਕਹਿੰਦਾ ਦੁਨੀਆ ਦੇ ਕਿਸੇ ਕੋਨੇ ਤੇ ਨਹੀਂ ਹੋ ਸਕਦਾ ਜੀ। ਇਹਦੇ ਕਰਕੇ ਅੱਜ ਅਸੀਂ ਸੜਕਾਂ ਤੇ ਰੋਲ ਰਹੇ ਹਾਂ। ਸ਼ੋਸ਼ਣ ਦੇ ਪੀਕ ਦੀ ਜੇ ਮੈਂ ਗੱਲ ਕਰਾਂ ਤਾਂ ਅੱਜ ਅਸੀਂ ਚਲੋ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਐਕਟ ਹੈ, ਠੀਕ ਹੈ ਜੀ। ਗਵਰਨਮੈਂਟ ਇਹ ਸਟੇਟਮੈਂਟ ਦੇ ਰਹੀ ਹੈ ਕਿ ਜੀ ਅਸੀਂ ਹੁਣ ਜਦੋਂ ਅਸੀਂ ਲੜਦੇ ਹਾਂ ਤਾਂ ਗਵਰਨਮੈਂਟ ਇੱਕੋ ਸਟੇਟਮੈਂਟ ਦੇ ਦਿੰਦੀ ਜੀ ਅਸੀਂ ਤਾਂ ਆਪਦਾ ਕੰਮ ਕਰਤਾ। ਚਲੋ ਐਕਟ ਨੂੰ ਜੇ ਅਸੀਂ ਇੱਕ ਵਾਰੀ ਸਾਈਡ ਤੇ ਹੀ ਛੱਡ ਦਈਏ, ਗੱਲ ਜਦੋਂ ਅਸੀਂ ਆਉਂਦੇ ਹਾਂ ਕਿ ਇੰਟੈਂਸ਼ਨ ਦੀ, ਗਵਰਨਮੈਂਟ ਦੀ ਇੰਟੈਂਸ਼ਨ ਹੀ ਐਕਸਪਲੋਇਟੇਸ਼ਨ ਹੈ, ਜਿਹਦੀ ਇੱਕ ਐਗਜ਼ਾਮਪਲ ਇਹ ਹੈ ਕਿ ਜਦੋਂ ਗਵਰਨਮੈਂਟ ਨੇ ਪਾਲਿਸੀ ਡਰਾਫਟ ਕੀਤੀ ਸੀ, ਇਹ ਕੋਈ ਬੈਕਡੋਰ ਐਂਟਰੀ ਨਹੀਂ ਹੈ, ਇਟ ਵਾਸ ਅ ਵੈਲ ਡਰਾਫਟਡ ਪਾਲਿਸੀ। 2006 ਚ ਪਾਲਿਸੀ ਡਰਾਫਟ ਕੀਤੀ ਸੀ, ਜਦੋਂ ਆਰਐਮਓ ਨੂੰ ਵੀ ਕੰਟਰੈਕਟ ਤੇ ਰੱਖਿਆ ਗਿਆ ਸੀ ਤਾਂ ਉਹਨੂੰ ਐਜ਼ ਅ ਸਰਵਿਸ ਪ੍ਰੋਵਾਈਡਰ ਅਪਾਇੰਟ ਕੀਤਾ ਗਿਆ ਸੀ। ਉਹਨੂੰ ਜੋ ਪੇ ਪੈਕੇਜ ਦਿੱਤਾ ਗਿਆ ਸੀ ਤਾਂ ਉਹ ਇੱਕ ਫੁੱਲ ਫਲੈਜ ਰੈਗੂਲਰ EMPLOYE ਦੀ ਸੈਲਰੀ ਨਾਲੋਂ ਵੀ ਜ਼ਿਆਦਾ ਸੀ। ਉਦੋਂ ਇੱਕ ਰੈਗੂਲਰ ਮੈਡੀਕਲ ਆਫੀਸਰ ਨੂੰ 20,815 ਰੁਪਏ ਮਿਲਦੇ ਸੀ, ਜਦੋਂ ਕਿ ਇਹਨਾਂ ਨੂੰ 21,000 ਰੁਪਏ ਦਿੱਤਾ ਜਾਂਦਾ ਸੀ, ਜਦੋਂ ਕਿ ਰੈਗੂਲਰ EMPLOYE ਨਾਲੋਂ ਜ਼ਿਆਦਾ ਸੀ ਜੀ। ਜਦੋਂ ਸਾਨੂੰ ਸਰਵਿਸ ਪ੍ਰੋਵਾਈਡਰ ਬਣਾਇਆ ਗਿਆ 2011 ਚ, ਤਾਂ ਕੀ ਸਾਡੇ ਤੇ ਉਹ ਕਲੌਜ਼ ਨਹੀਂ ਲਾਗੂ ਹੁੰਦੀ ਸੀਗੀ? ਇਹ ਚੀਜ਼ ਅਸੀਂ 10 ਵਾਰ ਉਹਨਾਂ ਦੇ ਸਾਹਮਣੇ ਰੱਖੀ ਹੈ, ਹਰ ਵਾਰ ਵੀ ਵਿਲ ਟਾਕ ਔਨ ਦਿਸ, ਵੀ ਵਿਲ ਟਾਕ ਔਨ ਦਿਸ। ਸਾਡੇ ਵਾਰੀ ਇੰਟੈਂਸ਼ਨ ਕਿੱਥੇ ਜਾਂਦੀ ਹੈ? ਪੁਆਇੰਟ ਤਾਂ ਇਹ ਹੈ ਨਾ ਵੀ ਤੁਸੀਂ ਕਰਨੀ ਹੀ ਐਕਸਪਲੋਇਟੇਸ਼ਨ ਹੈ। ਐਕਟ ਦੀ ਅਸੀਂ ਗੱਲ ਕਰਦੇ ਹਾਂ, ਐਕਟ ਜੋ ਅੱਜ ਤੋਂ 73 ਸਾਲ ਪਹਿਲਾਂ ਦਾ ਬਣਿਆ ਮਿਨੀਮਮ ਵੇਜਸ ਐਕਟ ਹੈ, ਹਜ਼ਾਰਾਂ ਰਿਪਰੈਜ਼ੈਂਟੇਸ਼ਨਾਂ, ਹਜ਼ਾਰਾਂ ਧਰਨੇ ਇਹਨਾਂ ਦੇ ਸਾਹਮਣੇ ਰੱਖੇ ਕਿ ਐਟਲੀਸਟ ਸਾਡੇ ਤੇ ਉਹ ਤਾਂ ਲਾਗੂ ਕਰ ਦਿਓ, ਉਹ ਵੀ ਨਹੀਂ ਕਰਨਾ। EPF ਹੈ, ਇੱਕ ਹਰ ਇੱਕ ਪ੍ਰਾਈਵੇਟ EMPLOYE ਦਾ ਵੀ ਰਾਈਟ ਹੈ। ਬਿਲਕੁਲ। ਤਕਰੀਬਨ 150 ਤੁਹਾਨੂੰ ਮੈਂ ਡਾਕੂਮੈਂਟਡ ਪ੍ਰੂਫ ਇਸ ਚੀਜ਼ ਦੇ ਚੁੱਕੇ ਹਾਂ, 150, ਜਿਸ ਦੇ ਵਿੱਚ ਇਹਨਾਂ ਨਾਲ ਹਜ਼ਾਰਾਂ ਚਿੱਠੀਆਂ ਨਿਕਲੀਆਂ, ਹਜ਼ਾਰਾਂ ਵਾਰ ਇਹਨਾਂ ਨੂੰ EPF ਡਿਪਾਰਟਮੈਂਟ ਤੋਂ ਨੋਟਿਸ ਆਏ ਹੈ ਕਿ ਤੁਸੀਂ ਇਹ ਜਿਹੜਾ ਬੇਸਿਕ ਰਾਈਟ ਹੈ ਇਹਨੂੰ ਕਿਉਂ ਵਾਇਲੇਟ ਕਰ ਰਹੇ ਹੋ, ਬਟ ਕੋਈ ਉਹਦੇ ਤੇ ਜਵਾਬਦੇਹੀ ਨਹੀਂ ਹੈਗੀ ਕਿਸੇ ਦੀ। ਤੇ ਕੀ ਅਸੀਂ ਕੋਈ ਲੀਗਲ ਐਕਸ਼ਨ ਲਿਆ ਸਰਕਾਰ ਤੇ? ਅਸੀਂ ਲੀਗਲ ਐਕਸ਼ਨ ਦੀ ਵੀ ਜੇ ਗੱਲ ਕਰੀਏ, ਅਸੀਂ ਇਹਨੂੰ ਕੋਰਟ ਦੇ ਵਿੱਚ ਵੀ ਅਸੀਂ ਰੈਗੂਲਰਾਈਜੇਸ਼ਨ ਕਲੇਮ ਕੀਤੀ ਹੈ ਆਪਦੀ। ਕੋਰਟ ਦੇ ਵਿੱਚ ਗਵਰਨਮੈਂਟ ਜਾਂਦੀ ਹੈ, ਸਟੇਟਮੈਂਟ ਇਹ ਦਿੰਦੀ ਹੈ ਕਿ ਜੇ ਅਸੀਂ ਇਹਨਾਂ ਨੂੰ ਕੰਸੀਡਰ ਕਰ ਰਹੇ ਹਾਂ। ਪਿਛਲੇ 4 ਸਾਲ ਤੋਂ ਹਰ ਵਾਰ ਸਾਡਾ ਡਿਪਾਰਟਮੈਂਟ ਉੱਥੇ ਅਪੀਅਰ ਹੋ ਕੇ ਇਹੀ ਗੱਲ ਕਹਿੰਦਾ ਕਿ ਅਸੀਂ ਕੰਸੀਡਰ ਕਰ ਰਹੇ ਹਾਂ। ਇੰਨੀ ਕਿੰਨੀ ਲੰਮੀ ਕੰਸੀਡਰੇਸ਼ਨ ਹੈ? ਡਿਸਾਈਡ ਕਿਹਨੇ ਕਰਨਾ? ਕੋਰਟ ਤੋਂ ਵੀ ਸਾਨੂੰ ਕੋਈ ਅਜੇ ਤੱਕ ਇਨਸਾਫ ਨਹੀਂ ਮਿਲਿਆ ਜੀ। ਅਸੀਂ ਬਿਲਕੁਲ ਹੰਭ ਚੁੱਕੇ ਹਾਂ, ਕਿਉਂਕਿ ਜਦ ਕਿ ਕੋਰਟ ਕੋ ਵੇਖੋ ਸਾਡੇ ਜਿਹੜੇ ਮੁਲਾਜ਼ਮ ਨੇ ਉਹ ਰਿਟਾਇਰ ਹੋ ਰਹੇ ਆ, ਬਿਲਕੁਲ 58 ਸਾਲ ਟੱਪ ਰਹੇ ਨੇ, ਤੇ ਕੋਰਟ ਕੀ ਢੀਕ ਰਹੀ ਆ? ਇੱਕ ਕੋਵਿਡ ਦਾ ਬਹਾਨਾ ਕਰਕੇ ਕੋਟਾਂ ਇਹਨਾਂ ਘੱਟ ਕਰ ਦਿੱਤੀਆਂ, ਔਰ ਹਰ ਵਾਰੀ ਤਰੀਕ ਐਕਸਪਲੋਇਟੇਸ਼ਨ ਦੀ ਹੀ ਗੱਲ ਕਰੀਏ। ਚਲੋ ਸਾਨੂੰ 2016 ਤੋਂ ਗਵਰਨਮੈਂਟ 17 ਤੋਂ ਜਦੋਂ ਕੈਪਟਨ ਸਰਕਾਰ ਆਈ ਹੈ 1000 ਰੁਪਏ ਦਾ ਵਾਅਦਾ ਉਹ ਕਹਿ ਰਹੇ ਕਿ ਅਸੀਂ ਦਿੱਤਾ ਹੈ, ਹਾਲਾਂਕਿ ਉਹ ਵੀ ਇੱਕ ਪਰ ਈਅਰ ਦੇ ਰਹੇ ਹੈ। ਕੋਵਿਡ ਦੇ ਵਿੱਚ ਐਸੀ ਕੋਈ ਹੈਲਥ ਦੀ ਜਿਹੜੀ ਆਰਗੇਨਾਈਜੇਸ਼ਨ ਜਾਂ ਇਹੋ ਜਿਹਾ ਕੋਈ ਕੇਡਰ ਨਹੀਂ ਹੈਗਾ ਗਾ ਜਿਨ੍ਹਾਂ ਨੂੰ ਉਹਨਾਂ ਨੇ ਇਨਸੈਂਟਿਵ ਨਾ ਦਿੱਤਾ ਹੋਵੇ ਜੀ ਕਿ ਤੁਸੀਂ ਠੀਕ ਹੈ, ਤੁਸੀਂ ਮਾਨਵਤਾ ਦੀ ਸੇਵਾ ਕੀਤੀ ਹੈ, ਇਹ ਤੁਹਾਡਾ ਇੱਕ ਰਾਈਟ ਬਣਦਾ। ਸਾਡਾ ਜੋ ਸਾਨੂੰ 1000 ਰੁਪਏ ਦਾ ਪਹਿਲਾਂ ਵਾਅਦਾ ਦਿੰਦੇ ਸੀ ਉਹ ਵੀ ਨਹੀਂ ਦਿੱਤਾ, ਇਨਸੈਂਟਿਵ ਤਾਂ ਦੇਣਾ ਇਸ ਸਾਲ ਉਹ ਵੀ ਨਹੀਂ ਦਿੱਤਾ। ਅੱਛਾ, ਤੇ ਸਿਰਫ ਤੁਹਾਡਾ ਹੀ ਉਹ ਡਿਪਾਰਟਮੈਂਟ? ਸਿਰਫ ਵੀ ਆਰ ਦਾ ਓਨਲੀ ਪੀਪਲ ਹੂ ਲੈਫਟ ਬਿਹਾਈਂਡ। ਇਸ ਤੋਂ ਜ਼ਿਆਦਾ ਅਸੀਂ ਕੀ ਸਰਕਾਰ ਤੋਂ ਉਮੀਦ ਰੱਖੀਏ ਕਿ ਸਾਡੇ ਨਾਲ ਉਹ ਹੋਰ ਧੱਕਾਸ਼ਾਹੀ ਕਰ ਸਕਦੀ ਹੈ? ਤੇ ਜਦ ਦੇ ਹੁਣ ਤੁਸੀਂ ਦੁਬਾਰਾ ਇਹ ਵਾਲਾ ਧਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਸਰਕਾਰ ਜਾਂ ਕਿਸੇ ਵੱਲੋਂ ਤੁਹਾਡੇ ਗੱਲਬਾਤ ਕੋਈ ਹੋਈ ਹੈ? ਗੱਲਬਾਤ ਜਿਸ ਦਿਨ ਅਸੀਂ ਪ੍ਰੋਟੈਸਟ ਸ਼ੁਰੂ ਕੀਤਾ ਸੀਗਾ ਉਸ ਦਿਨ ਸਾਡੇ ਜਿਹੜੇ SDM ਸਾਹਿਬ ਦੇ ਰਿਪਰੈਜ਼ੈਂਟੇਟਿਵ ਨੇ, ਤਹਿਸੀਲਦਾਰ ਸਾਹਿਬ ਆਏ ਸੀਗੇ। ਉਹਨਾਂ ਨੇ ਕਿਹਾ ਕਿ ਸਾਨੂੰ ਅਸੀਂ ਤੁਹਾਨੂੰ ਅੱਜ ਦੀ ਹੀ ਮੀਟਿੰਗ ਸ਼ੈਡਿਊਲਡ ਸੀਗੀ, ਅੱਜ 28 ਦਸੰਬਰ ਦੀ ਸਾਡੀ ਪੈਨਲ ਮੀਟਿੰਗ ਸ਼ੈਡਿਊਲਡ ਸੀਗੀ, ਬਟ ਸਾਨੂੰ ਮੀਟਿੰਗ ਤੋਂ 1 ਘੰਟਾ ਪਹਿਲਾਂ ਪਤਾ ਲੱਗਿਆ ਕਿ ਤੁਹਾਡੀ ਮੀਟਿੰਗ ਪੋਸਟਪੋਨ ਕਰ ਦਿੱਤੀ ਗਈ ਹੈ, ਉਹ ਵੀ ਇੱਕ ਅਨਡੈਫੀਨਿਟ ਟਾਈਮ ਲਈ। ਅੱਛਾ, ਉਹਦੇ ਵਿੱਚ ਵੀ ਹਜੇ ਕੋਈ ਕਲੈਰਿਟੀ ਨਹੀਂ ਹੈਗੀ ਕਿ ਕਦੋਂ ਹੋਊਗੀ ਕਦੋਂ ਨਹੀਂ ਹੋਊਗੀ। ਸੋ ਆਖਰੀ ਵਾਰ ਗਵਰਨਮੈਂਟ ਜਾਂ ਕਿਸੇ ਅਫਸਰ ਨਾਲ ਜੋ ਗੱਲ ਹੋਈ ਹੋਵੇ ਕੀ ਜਵਾਬ ਮਿਲਦਾ ਰਿਹਾ? ਕਰ ਰਹੇ ਹਾਂ ਜੀ। ਸੋ ਮਤਲਬ ਉਹਨਾਂ ਦਾ ਜਵਾਬ ਸਰ ਇਹੀ ਹੈ ਕਿ ਗਵਰਨਰ ਸਾਹਿਬ ਸਾਈਨ ਨਹੀਂ ਕਰ ਰਹੇ, ਅਸੀਂ ਤਾਂ ਤੁਹਾਡਾ ਕਰ ਦਿੱਤਾ। ਅੱਜ ਵੀ ਸਾਡੇ ਕੁਝ ਸਾਥੀ ਨਵਜੋਤ ਸਿੰਘ ਸਿੱਧੂ ਨੂੰ ਮਿਲੇ ਆ ਸਮਰਾਲੇ ਵਿਖੇ, ਕੁਝ ਸਾਥੀ ਸਾਡੇ ਸੰਗਰੂਰ ਵਿਖੇ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਆ, ਉਹਨਾਂ ਵੀ ਇਹੀ ਗੱਲ, ਉਹਨਾਂ ਦਾ ਵੀ ਜਵਾਬ ਇਹੀ ਆ ਕਿ ਉਹ ਤਾਂ ਜੀ ਹੁਣ ਗਵਰਨਰ ਸਾਹਿਬ ਰੋਕ ਕੇ ਬੈਠੇ ਆ, ਸਾਡੇ ਵੱਲੋਂ ਤਾਂ ਹੋ ਗਿਆ। ਮਤਲਬ ਬਿਲਕੁਲ ਬੇਵਕੂਫ ਬਣਾਉਣ ਵਾਲੀ ਨਹੀਂ। ਸਾਹਿਬ ਆਪ ਮੈਨੂੰ ਲੱਗਦਾ ਸ਼ਾਇਦ ਮੈਂ ਗਲਤ ਨਹੀਂ ਹੈ ਤਾਂ ਮੈਨੂੰ ਲੱਗਦਾ ਸ਼ਾਇਦ ਆਪ ਵੀ ਐਡਵੋਕੇਟ ਨੇ ਜਿੰਨਾ ਕਿ ਮੈਂ ਹੈਗਾ, ਜੇ ਮੈਂ ਗਲਤ ਨਹੀਂ ਹੈਗਾ ਤਾਂ ਮੀਨਸ ਉਹ ਲੋਕਾਂ ਨੂੰ ਇਹ ਇੰਟਰਪ੍ਰੀਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਕਿ ਇੱਕ ਚੁਣੀ ਹੋਈ ਸਰਕਾਰ ਇੱਕ ਗਵਰਨਰ ਦੇ ਅੱਗੇ ਫੇਲ ਹੈ, ਇੱਕ ਜਿਹੜੀ ਲੀਗਲੀ ਇਲੈਕਟਡ ਗਵਰਨਮੈਂਟ ਹੈਗੀ ਹੈ ਉਹ ਇੱਕ ਗਵਰਨਰ ਦੇ ਅੱਗੇ ਫੇਲ ਹੈ। ਮੈਂ ਉਹਨਾਂ ਦੀ ਸ਼ਾਨ ਦੇ ਖਿਲਾਫ ਨਹੀਂ ਜਾਣਾ ਚਾਹੁੰਦਾ ਗਾ, ਕੋਈ ਇਹ ਨਹੀਂ ਹੈ ਕਿ ਮੈਂ ਗਵਰਨਰ ਸਾਹਿਬ ਨੂੰ ਕੋਈ ਮਿਸ ਜੱਜ ਕਰ ਰਿਹਾ ਵੀ ਉਹਨਾਂ ਦੀ ਕੋਈ ਉਹ ਨਹੀਂ ਹੈਗੀ ਕਿ ਹਸਤੀ, ਬਟ ਲੇਕਿਨ ਜੇ ਤੁਹਾਡੇ ਅੰਦਰ ਕੋਈ ਕਮੀਆਂ ਹੈਗੀਆਂ, ਤੁਸੀਂ ਜੋ ਅੱਜ 42 ਦਿਨਾਂ ਬਾਅਦ ਜੋ ਤੁਹਾਨੂੰ ਯਾਦ ਆਇਆ ਕਿ ਤੁਹਾਡੇ ਬਿੱਲ ਸਾਈਨ ਨਹੀਂ ਹੋਏਗੇ, ਇਸ ਤੋਂ ਪਹਿਲਾਂ ਤੁਸੀਂ ਕਿੱਥੇ ਸੀਗੇ?
ਤੇ ਦੂਸਰੀ ਗੱਲ, ਜੇ ਤੁਸੀਂ ਵਾਕਈ ਹੀ ਕੋਈ ਸੋਲੂਸ਼ਨ ਕਰਨਾ ਚਾਹੁੰਦੇ, ਸਾਡੇ ਨਾਲ ਬੈਠੋ ਟੇਬਲ ਤੇ, ਬਿਲਕੁਲ ਅਸੀਂ ਤੁਹਾਨੂੰ ਸੋਲੂਸ਼ਨ ਦਿੰਨੇ ਆ। ਤੁਸੀਂ ਇੰਟੈਂਸ਼ਨ ਤਾਂ ਦਿਖਾਓ ਕਿ ਅਸੀਂ ਤੁਹਾਡਾ ਸੋਲੂਸ਼ਨ ਕਰਨਾ ਚਾਹੁੰਦੇ ਆ। ਬਿਲਕੁਲ। ਨਾਲੇ ਇਹਦੇ ਨਾਲ ਜੀ ਸਰ ਵੱਡੀ ਗੱਲ ਤੇ ਇਹ ਆ ਕਿ ਇਹ ਜਿਹੜਾ ਐਕਟ ਲਿਆਂਦਾ ਹੁਣ ਹੀ ਕਿਉਂ, ਇਹ 6 ਮਹੀਨੇ ਪਹਿਲਾਂ ਵੀ ਤੇ ਆ ਸਕਦਾ ਸੀ। ਇਹਨਾਂ ਕੋਲ ਟਾਈਮ ਹੁੰਦਾ ਸਾਨੂੰ ਪੱਕੇ ਕਰਨ ਦਾ, ਜਾਣ ਬੁੱਝ ਕੇ ਇਹਨਾਂ ਲਾਸਟ ਵਿੱਚ ਲਿਆਂਦਾ ਏ। ਹੁਣ ਚੋਣ ਜਾਬਤਾ ਡੀਕ ਰਹੇ, ਚੋਣ ਜਾਬਤਾ ਲੱਗ ਜੇ ਤੇ ਇਹ ਸਾਡੇ ਗਲਾਂ ਤੋਂ ਲੱਥ ਜਾਣ, ਜਦ ਕਿ ਅਸੀਂ ਗਲਾਂ ਤੋਂ ਲੱਥਣ ਵਾਲੇ ਨਹੀਂ, ਕਿਉਂਕਿ ਸਾਡਾ ਹੱਕ ਆ। ਹੁਣ ਸਾਨੂੰ ਕੁਝ ਦਿਸਦਾ ਨਹੀਂ। ਮੈਂ ਹੀ ਪੁੱਛਣ ਵਾਲਾ ਸੀ ਕਿ ਚੋਣ ਜਾਬਤਾ ਲੱਗਣ ਵਾਲਾ ਫਿਰ ਤੁਹਾਡੇ ਲਈ ਥੋੜਾ ਹੋਰ ਮੁਸ਼ਕਿਲ ਹੋ ਜਾਏਗਾ। ਮੁਸ਼ਕਲ ਤੇ ਜ਼ਰੂਰ ਹੋ ਜਾਏਗਾ ਜੀ, ਪਰ ਆਪਾਂ ਲੜਾਂਗੇ, ਆਖੀਰੀ ਤੱਕ ਲੜਾਂਗੇ, ਕਿਉਂਕਿ ਸਾਡੇ ਕੋਲ ਲੜਨ ਤੋਂ ਇਲਾਵਾ ਹੁਣ ਅਸੀਂ 11,000 ਨਾਲ ਅਗਲੇ 5 ਸਾਲ, ਦੇਖੋ ਅਗਲੀ ਸਰਕਾਰ ਆਏਗੀ ਜਿਹੜੀ ਵੀ ਆਉਂਦੀ ਆ, ਸਾਨੂੰ ਨਹੀਂ ਪਤਾ ਕਿਹੜੀ ਆਉਣੀ ਆ, ਉਹਨੇ 5 ਸਾਲ ਸਾਨੂੰ ਫੇਰ ਨਹੀਂ ਪੁੱਛਣਾ। 5 ਸਾਲ ਕੋਈ 50 ਆਪਣੇ 1,500 ਰੁਪਇਆ ਵਧਾ ਦੇਗੀ, ਇਦਾਂ ਜਿੱਦਾਂ ਇਹਨਾਂ ਨੇ 1,000 ਵਧਾਇਆ, ਪਰ ਉਹ ਸਾਨੂੰ ਰੈਗੂਲਰ ਨਹੀਂ ਕਰੇਗੀ ਅਗਲੇ 5 ਸਾਲ। ਤੇ ਜੇ ਅਗਲੇ 5 ਸਾਲ ਨਿਕਲ ਗਏ, ਮੇਰੇ ਵਰਗਾ ਬੰਦਾ ਜਾਂ ਹੋਰ ਸਾਡੇ ਸਾਥੀ ਜਿਹੜੇ 50 ਤੋਂ ਉੱਪਰ ਹੋ ਗਏ ਨੇ, ਉਹਨਾਂ ਦੀ ਤਾਂ ਜ਼ਿੰਦਗੀ ਨਿਕਲ ਗਈ, ਫਿਰ ਉਹ ਕੀ ਕਰਨਗੇ? ਇਸ ਕਰਕੇ ਸਾਨੂੰ ਹੁਣ ਅਸੀਂ ਬਿਲਕੁਲ ਆਪਣੇ ਆਖਰੀ ਦਮ ਤੱਕ ਲੜਾਂਗੇ ਜੀ। ਪਿਛਲੀ ਵਾਰੀ ਵੀ ਸਾਨੂੰ, ਪਿਛਲੀਆਂ ਸਰਕਾਰਾਂ ਨੇ ਵੀ ਸਾਨੂੰ ਜੇਲ੍ਹਾਂ 'ਚ ਵੀ ਸੁੱਟਿਆ ਸੀ, ਮਾਰਿਆ ਕੁੱਟਿਆ, ਤਸ਼ੱਦਦ ਵੀ ਕੀਤਾ ਸੀ। ਜਦ ਕਿ ਜੇ ਕੋਈ ਇੰਪਲਾਈ ਆਪਣਾ ਧਰਨਾ ਮੁਜ਼ਾਹਰਾ ਕਰਦਾ ਹੈ ਤੇ ਉਹਨੂੰ ਫੜ ਕੇ ਵੱਖ ਕੀਤਾ ਜਾ ਸਕਦਾ, ਉਹਦੀ ਕੁੱਟਮਾਰ ਨਹੀਂ ਹੁੰਦੀ, ਜਾਂ ਮੌਕੇ ਤੇ ਲਾਠੀ ਚਾਰਜ ਹੋ ਸਕਦਾ। ਪਰ ਸਾਨੂੰ ਥਾਣਿਆਂ ਦੇ ਅੰਦਰ ਜਾ ਕੇ ਸਾਨੂੰ ਨੰਗਿਆ ਕਰਕੇ ਕੁੱਟਿਆ ਗਿਆ ਸੀ ਵੀ ਤੁਸੀਂ ਗਾਂਹ ਤੋਂ ਇਹੋ ਜਿਹਾ ਕੰਮ ਨਾ ਕਰੋ, ਕਈ ਸਾਥੀਆਂ ਨੇ। ਜੇ ਅਸੀਂ ਸਾਰੀ ਗੱਲ ਨੂੰ ਸਮਰਾਈਜ਼ ਕਰਨਾ ਹੋਵੇ ਤਾਂ ਉਹਦਾ ਸਾਰ ਤਾਂ ਇਹੀ ਹੈ ਕਿ ਗਵਰਨਮੈਂਟ ਦੀਆਂ ਇੰਟੈਂਸ਼ਨਸ ਬੜੀਆਂ ਕਲੀਅਰ ਹੈ ਕਿ ਅਸੀਂ ਐਕਸਪਲੋਇਟੇਸ਼ਨ ਕਰਨੀ ਹੈ, ਐਕਸਪਲੋਇਟੇਸ਼ਨ ਕਰਨੀ ਹੈ ਤੇ ਐਕਸਪਲੋਇਟੇਸ਼ਨ ਕਰਨੀ ਹੈ। ਜੇ ਅਸੀਂ ਆਪਦੇ ਕੇਡਰ ਦੀ ਹੀ ਗੱਲ ਕਰੀਏ ਤਾਂ ਸਾਡੇ ਫਾਰਮਾਸਿਸਟਾਂ ਦੇ ਤਕਰੀਬਨ ਇਸ ਵੇਲੇ 4 ਕੇਡਰ ਸਾਡੇ ਡਿਪਾਰਟਮੈਂਟਾਂ 'ਚ ਕੰਮ ਕਰ ਰਹੇ। ਇੱਕ ਸਾਡੇ ਰੈਗੂਲਰ ਫਾਰਮਾਸਿਸਟ, ਇੱਕ ਜਿਹੜੇ NHM ਦੇ ਵਿੱਚ ਅਪਾਇੰਟ ਕੀਤੇ ਹੈ, ਠੀਕ ਹੈ, ਇੱਕ ਅਸੀਂ ਹੋ ਗਏ, ਇੱਕ ESIC ਦੇ ਵਿੱਚ ਇੰਪਲੋਇਡ ਹੋ ਗਏ। ਸਾਰਿਆਂ ਨੂੰ ਅਲੱਗ-ਅਲੱਗ ਪੇ ਪੈਕੇਜ ਦੇ ਵਿੱਚ ਰੱਖਿਆ ਗਿਆ। ਅਸੀਂ ਵੀ ਕੰਟਰੈਕਚੁਅਲ ਹੈ। ਇਸ ਤੋਂ ਵੀ ਹੈ ਕਿ ਹਾਸੋਹੀਣੀ ਗੱਲ ਇਹ ਹੈ, ਚਲੋ ਰੈਗੂਲਰ ਤੇ ਕੰਟਰੈਕਚੁਅਲ ਦੇ ਵਿੱਚ ਤਾਂ ਫਰਕ ਸਮਝ ਆਉਂਦਾ ਹੈ ਕਿ ਜੀ ਇੱਕ ਗਵਰਨਮੈਂਟ ਪਾਲਿਸੀ ਹੈ। ਸਿਹਤ ਵਿਭਾਗ ਦੇ ਵਿੱਚ ਅਸੀਂ ਕੰਟਰੈਕਚੁਅਲ ਵੀ 2 ਕਿਸਮ ਦੇ ਹਾਂ। ਇੱਕ NHM ਦੇ ਅੰਡਰ ਹੈ ਜੋ 20,000 ਰੁਪਏ ਸੈਲਰੀ ਲੈ ਰਹੇ ਹੈ, ਜੋ ਸਾਡੇ ਤੋਂ 6-7 ਸਾਲ ਬਾਅਦ ਆਏ ਸੀ। ਇੱਕ ਅਸੀਂ ਕੰਟਰੈਕਚੁਅਲ ਹਾਂ ਜੋ ਅੱਜ ਵੀ 11,000 ਰੁਪਏ ਲੈ ਰਹੇ ਹਾਂ। ਸੇਮ ਕੰਮ, ਸੇਮ ਹਰ ਚੀਜ਼ ਪਰ ਸੇਮ ਕੰਟਰੈਕਟ, ਉਹ ਵੀ ਕੰਟਰੈਕਟ ਤੇ ਅਸੀਂ ਵੀ ਕੰਟਰੈਕਟ। ਇੱਕ ਚੀਜ਼ ਤੇ ਹੋ ਗਈ ਆ ਨਾ ਵੀ ਚਲੋ ਇਹਨਾਂ ਦਾ ਗਵਰਨਰ ਸਾਹਿਬ ਨਹੀਂ ਮੰਨਦੇ ਤੇ ਰੈਗੂਲਰ ਦਾ ਐਕਟ ਜਿਹੜਾ ਰੁਕ ਗਿਆ, ਪਰ ਕੈਬਨਿਟ ਸਾਡੀ ਸੈਲਰੀ ਦੀ ਇਨਕਰੀਜ਼ ਕਰ ਸਕਦੀ ਸੀ ਨਾ। ਬਿਲਕੁਲ, ਉਹ ਦੇਣਾ ਹੀ ਨਹੀਂ ਚਾਹੁੰਦੇ। ਦੇਖੋ ਤੁਹਾਡੇ ਸਾਹਮਣੇ ਦੱਸਿਆ ਸ਼ੋਭਨ ਜੀ ਨੇ ਕਿ ਸਾਡੇ ਤੋਂ 7 ਸਾਲ ਬਾਅਦ ਆਏ NHM ਦੇ, ਚਲੋ ਅਸੀਂ ਉਹਨਾਂ ਦੇ ਦੋਖੀ ਨਹੀਂ, ਅਸੀਂ ਤਾਂ ਕਹਿੰਦੇ ਨੂੰ ਇਹਨਾਂ ਤੋਂ ਵੀ ਡਬਲ ਮਿਲਣ, ਪਰ ਉਹਨਾਂ ਨੂੰ 20,000 ਰੁਪਈਆ ਮਿਲ ਰਿਹਾ, ਸਾਨੂੰ ਉਹਨਾਂ ਦੇ 7 ਸਾਲ ਪੁਰਾਣਿਆਂ ਨੂੰ 11,000 ਮਿਲ ਰਿਹਾ ਜੀ। ਮਤਲਬ ਇਹ ਤਾਂ ਸਿੱਧਾ ਸ਼ੋਸ਼ਣ ਹੈ ਨਾ। ਉਹਨਾਂ ਦੀ ਇੰਟੈਂਸ਼ਨ ਹੋਵੇ ਤਾਂ ਹਰ ਚੀਜ਼ ਸੋਲੂਸ਼ਨ 2 ਮਿੰਟਾਂ 'ਚ ਹੋ ਸਕਦਾ ਹੈ। ਸਾਡੇ ਨਾਲ ਟੇਬਲ ਤੇ ਬੈਠਦੇ IAS ਆਫੀਸਰ ਇੱਕੋ ਗੱਲ, ਜਦੋਂ ਅੱਜ ਤੋਂ 5-6 ਸਾਲ ਪਹਿਲਾਂ ਕਹਿੰਦੇ ਸੀ ਕਿ ਜੀ ਉਮਾ ਦੇਵੀ ਦੀ ਲੈਂਡਮਾਰਕ ਜਜਮੈਂਟ ਹੈ, ਉਹਦੇ ਕਰਕੇ ਤੁਸੀਂ ਰੈਗੂਲਰ ਨਹੀਂ ਹੋ ਸਕਦੇਗੇ, ਲੇਕਿਨ ਉਮਾ ਦੇਵੀ ਦੀ ਜਜਮੈਂਟ ਦੇ ਵਿੱਚ ਇਹ ਵੀ ਤਾਂ ਲਿਖਿਆ ਸੀ ਨਾ ਕਿ ਤੁਸੀਂ ਬੈਕਡੋਰ ਐਂਟਰੀ ਨਹੀਂ ਕਰਨੀਗੀ। ਬਿਲਕੁਲ, ਉਹਦੇ ਲਈ ਰਿਸਪੌਂਸਿਬਲ ਕੌਣ ਹੈ? ਬਿਲਕੁਲ। ਤੇ ਅਸੀਂ ਇਸ ਤੋਂ ਪਹਿਲਾਂ CHOs ਦੀ ਗੱਲ ਕਰ ਰਹੇ ਸੀ, ਉਹਨਾਂ ਤੇ ਵੀ ਆਨੇ ਆ। ਇਹ ਬੜੀ ਸਰਲ ਤਰੀਕੇ ਨਾਲ ਸਾਨੂੰ ਸਮਝਾਇਓ CHOs ਕੀ ਨੇ, ਕਿਵੇਂ ਭਰਤੀ ਹੋਏ, ਕੀ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਤੇ ਤੁਹਾਡੇ ਨਾਲ ਉਹ ਕਿਵੇਂ ਕਨਫਰੰਟ ਹੁੰਦਾ ਉਹ? 2017 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਇੱਕ ਨੈਸ਼ਨਲ ਹੈਲਥ ਪਾਲਿਸੀ ਡਰਾਫਟ ਕੀਤੀ ਸੀਗੀ ਜੀ, ਜਿਹਦੇ ਵਿੱਚ ਉਹਨਾਂ ਨੇ ਇੱਕ ਕੇਡਰ ਡੈਜ਼ਿਗਨੇਟਡ ਬਣਾਇਆ ਸੀ ਕਿ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਉਹਨਾਂ ਦੇ ਜਿਹੜੇ ਉਸ ਟੀਮ ਨੂੰ ਲੀਡ ਕਰ ਰਹੇ ਸੀ ਕਿ ਸ਼ਾਇਦ ਜਿਹੜੇ ਮੈਡੀਕਲ ਆਫੀਸਰਸ ਨੇ ਉਹ ਰੂਰਲ ਏਰੀਆ ਨੂੰ ਟੈਕਲ ਨਹੀਂ ਕਰ ਪਾਉਂਦੇ, ਉੱਥੋਂ ਵਿਡਰਾਅ ਕਰ ਜਾਂਦੇ ਆਪਦੀਆਂ ਸਰਵਿਸਿਜ਼, ਚਾਹੇ ਉਹ ਪ੍ਰਾਈਵੇਟ ਸੈਕਟਰ ਦੇ ਨੇ ਚਾਹੇ ਉਹ ਗਵਰਨਮੈਂਟ ਸੈਕਟਰ ਦੇ ਨੇ, ਉੱਥੇ ਸਟੈਂਡ ਨਹੀਂ ਕਰ ਪਾਉਂਦੇ। ਤਾਂ ਉਹਨਾਂ ਨੇ ਉਸ ਚੀਜ਼ ਨੂੰ ਕਵਰ ਕਰਨ ਵਾਸਤੇ ਇੱਕ ਨਵਾਂ ਕੇਡਰ ਡੈਜ਼ਿਗਨੇਟ ਕੀਤਾ ਸੀਗਾ CHO, ਕਮਿਊਨਿਟੀ ਹੈਲਥ ਆਫੀਸਰ। ਉਹਦੀ ਉਹਨਾਂ ਨੇ ਬੇਸਿਕ ਐਲੀਜੀਬਿਲਟੀ ਰੱਖੀ ਸੀ ਕਿ CHO ਬਣਨ ਵਾਸਤੇ ਜਾਂ ਤਾਂ ਬੰਦਾ ਫਾਰਮਾਸਿਸਟ ਹੋਵੇ, ਜਾਂ ਸਟਾਫ ਨਰਸ ਹੋਵੇ, ਜਾਂ BSc ਨਰਸਿੰਗ ਹੋਵੇ, ਜਾਂ BAMS ਹੋਵੇ। ਤਾਂ ਉਹ ਉਹਨਾਂ ਨੇ ਬਿਕੋਜ਼ ਜਿਹੜਾ ਹੈਲਥ ਤੇ ਐਜੂਕੇਸ਼ਨ ਆ ਉਹ ਸਟੇਟ ਸਬਜੈਕਟ ਹੈ, ਇਸ ਲਈ ਉਹਨਾਂ ਨੇ ਉਹ ਜਿਹੜੀ ਪਾਲਿਸੀ ਸੀਗੀ ਉਹ ਡਰਾਫਟ ਕਰਕੇ ਸਾਰੀਆਂ ਸਟੇਟਸ ਨੂੰ ਰੈਫਰ ਕਰਤੀ ਹੈ। ਹਰ ਇੱਕ ਸਟੇਟ ਨੇ ਜਿਹੜੀ CHO ਦੀ ਰਿਕਰੂਟਮੈਂਟ ਆ ਉਹ ਆਪਦੇ ਹਿਸਾਬ ਨਾਲ ਕੀਤੀ ਹੈ। ਠੀਕ ਹੈ। UP ਨੇ ਆਪਦੇ ਹਿਸਾਬ ਨਾਲ ਕੀਤੀ ਹੈ, ਰਾਜਸਥਾਨ ਨੇ ਆਪਦੇ ਹਿਸਾਬ ਨਾਲ ਕੀਤੀ ਹੈ, ਤੇ ਪੰਜਾਬ ਨੇ ਆਪਣੇ ਹਿਸਾਬ ਨਾਲ ਕੀਤੀ ਹੈ। ਤੇ ਪੰਜਾਬ ਅੱਜ ਦੀ ਘੜੀ ਹੈ ਉਹ ਤਕਰੀਬਨ 2700 ਦੇ ਲਗਭਗ ਜਿਹੜੇ ਹੈਲਥ ਐਂਡ ਵੈਲਨੈਸ ਸੈਂਟਰ ਆ ਉਹ ਆਪਰੇਟ ਕਰ ਚੁੱਕੇ ਆ, ਜਿਸ ਦੇ ਵਿੱਚ ਉਹਨਾਂ ਨੇ ਜਿਹੜੀਆਂ 11 ਮਾਰਚ 2019 ਨੂੰ ਉਹਨਾਂ ਨੇ ਇੱਕ ਸਿਰਫ ਸਿੰਪਲ ਸਰਕੂਲਰ ਕੱਢਿਆ ਸਾਡੇ ਜਿਹੜੇ ਉੱਥੇ ਪ੍ਰੋਗਰਾਮ ਆਫੀਸਰ ਨੇ ਕਿ CHO will dispense medicine on the prescription of a medical officer, ਜੋ ਕਿ ਫਾਰਮੇਸੀ ਐਕਟ 1948 ਦੀ ਕਲੀਅਰ ਕੱਟ ਵਾਇਲੇਸ਼ਨ ਹੈ, ਜਿਸ ਦੇ ਵਿੱਚ ਲਿਖਿਆ ਹੈ ਕਿ ਜਿਹੜੀ ਡਿਸਪੈਂਸਿੰਗ ਹੈ ਉਹ ਇੱਕ ਰਜਿਸਟਰਡ ਫਾਰਮਾਸਿਸਟ ਹੀ ਕਰ ਸਕਦਾ ਹੈ। ਅਸੀਂ ਉਹਦੇ ਰਿਗਾਰਡਿੰਗ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਵੀ ਦਿੱਤੀ, ਉਹ ਮੈਟਰ ਅੰਡਰ ਕੋਰਟ ਕੰਸੀਡਰੇਸ਼ਨ ਵੀ ਹੈਗਾ, ਲੇਕਿਨ ਬੜੀ ਤਰਾਸਦੀ ਦੀ ਗੱਲ ਇਹ ਹੈ ਕਿ ਐਕਟ ਦੇ ਵਿੱਚ ਇੱਕ ਲਾਈਨ ਲਿਖੀ ਹੋਈ ਹੈ ਕਿ no person other than a registered pharmacist can procure, dispense medicine। ਜੀ। ਤਾਂ ਉਹਦੇ 'ਚ ਉਹਨਾਂ ਨੇ ਲਿਖਿਆ ਹੈ ਕਿ ਜੀ ਪ੍ਰੋਕਿਓਰ ਤਾਂ ਕਰ ਸਕਦਾ ਪਰ ਡਿਸਪੈਂਸ ਨਹੀਂ ਕਰ ਸਕਦਾਗਾ। ਅੱਛਾ।
ਕਿ ਡਿਸਪੈਂਸ ਤਾਂ ਇਹ ਕਰ ਹੀ ਨਹੀਂ ਰਹੀ ਹੈ ਤੇ ਪੈਡੀਸਨ ਦੇ ਰਹੀ ਹੈ ਜੀ। ਤੇ ਸਾਡਾ ਉਹਨਾਂ ਨੂੰ ਸਿੰਪਲ ਜਿਹਾ ਸਵਾਲ ਇਹ ਸੀ ਕਿ ਫਿਰ ਡਿਸਪੈਂਸਿੰਗ ਦੀ ਡੈਫੀਨੇਸ਼ਨ ਸਾਨੂੰ ਦੱਸ ਦਿਓ। ਜੇ ਅਸੀਂ ਇਹ ਕਹੀਏ ਕਿ ਜੀ ਡਾਕਟਰ ਦਵਾਈ ਲਿਖ ਰਿਹਾ, ਜੇ ਉਹਦੇ ਕੋਲ ਕੋਈ ਰਾਈਟ ਹੈਗਾ ਉਹ ਤਾਂ ਹੀ ਲਿਖ ਰਿਹਾ। ਬਿਲਕੁਲ। ਪੈਰਾਸੀਟਾਮੋਲ ਦੇ ਸਪੈਲਿੰਗ ਤਾਂ ਕੋਈ ਵੀ ਲਿਖ ਸਕਦਾ ਹੈ, ਅਮੋਕਸੀਸਿਲਿਨ ਦੇ ਸਪੈਲਿੰਗ ਤਾਂ ਕੋਈ ਵੀ ਲਿਖ ਸਕਦਾ ਹੈ, ਲੇਕਿਨ ਉਹਦੇ ਕੋਲ ਕੋਈ ਲੀਗਲ ਰਾਈਟ ਹੈਗਾ ਜਾਂ ਨਹੀਂ ਹੈਗਾ, ਇਹ ਤਾਂ ਉਹ ਬਾਏ ਲਾਅ ਡਿਫਾਈਨ ਹੁੰਦਾ ਨਾ। ਲੇਕਿਨ ਸ਼ਾਇਦ ਮੈਨੂੰ ਲੱਗਦਾ ਇਹ ਵੀ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੀ ਸਰਕਾਰ ਹੈ ਉਹ ਇਸ ਚੀਜ਼ ਨੂੰ ਨਾ ਸਮਝਦੇ ਹੋਏ ਪਿੰਡਾਂ ਦੇ ਲੋਕਾਂ ਨੂੰ ਉਹਨਾਂ ਲੋਕਾਂ ਦੇ ਹਵਾਲੇ ਛੱਡਤਾ। ਮੈਂ ਇੱਥੇ ਉਹਨਾਂ ਦੀ ਡਿਗਨਿਟੀ ਦੇ ਖਿਲਾਫ ਕੁਝ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਦੇਖੋ ਹਰ ਇੱਕ ਕੇਡਰ ਦਾ ਆਪਦਾ ਇੱਕ ਡੈਜ਼ਿਗਨੇਟਡ ਕੰਮ ਹੈ ਜੀ। ਸਟਾਫ ਨਰਸਿਸ ਦਾ ਕੰਮ ਬੈਡ ਸਾਈਡ ਨਰਸਿੰਗ ਕਰਨਾ ਹੈ, ਸਾਡਾ ਕੰਮ ਮੈਡੀਸਨ ਨਾਲ ਰਿਲੇਟਡ ਹੈ, ਡਾਕਟਰ ਦਾ ਕੰਮ ਪ੍ਰਿਸਕ੍ਰਾਈਬ ਕਰਨਾ ਹੈ। ਬਿਲਕੁਲ। ਜੇ ਕੋਈ ਵੀ ਕੇਡਰ ਕਿਸੇ ਦੇ ਕੰਮ ਦੇ ਵਿੱਚ ਇੰਟਰਫੇਅਰ ਕਰੂਗਾ ਤਾਂ ਨਾ ਤਾਂ ਐਥੀਕਲੀ ਸਹੀ ਹੈ ਤੇ ਨਾ ਮੋਰਲੀ। ਬਿਲਕੁਲ। ਤੇ ਮੈਨੂੰ ਲੱਗਦਾ ਵੀ ਸਰਕਾਰ ਨੇ ਪਿੰਡਾਂ ਦੇ ਲੋਕਾਂ ਦੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਕੀਤਾ ਇਸ ਚੀਜ਼ ਨਾਲ। ਅਸੀਂ ਇਸ ਚੀਜ਼ ਨੂੰ ਲੀਗਲੀ ਵੀ ਵਿਰੋਧ ਕਰ ਰਹੇ ਹਾਂ ਤੇ ਜਥੇਬੰਦਕ ਤੌਰ ਤੇ ਵੀ ਜਿੰਨਾ ਹੋ ਸਕਦਾ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ। ਵਿਕਰਮ ਜੀ, ਤੁਸੀਂ ਮੈਨੂੰ ਪਹਿਲਾਂ ਦੱਸ ਰਹੇ ਸੀਗੇ ਕਿ 2006 ਜਦੋਂ ਭਰਤੀਆਂ ਹੋਈਆਂ ਉਦੋਂ ਮਿਨੀਮਮ ਕੁਆਲੀਫਿਕੇਸ਼ਨ ਕੁਝ ਹੋਰ ਸੀ, ਬਾਅਦ ਚੋਂ ਚੇਂਜ ਹੋਈ, ਉਸ ਬਾਰੇ ਦੱਸਣਾ। ਤੇ ਤੁਹਾਨੂੰ ਨਹੀਂ ਲੱਗਦਾ ਕਿ ਫਿਰ ਤਾਂ ਰੈਗੂਲਰਾਈਜੇਸ਼ਨ ਉਹਨਾਂ ਦੀ ਬਣਦੀ ਨਹੀਂ ਜਿਹੜੇ ਹੁਣ ਵਾਲੀ ਕੁਆਲੀਫਿਕੇਸ਼ਨ ਨੂੰ ਨਹੀਂ ਪਾਰ ਕਰਦੇ ਹੋਣਗੇ? ਨਹੀਂ ਸਰ, ਇਸ ਤਰ੍ਹਾਂ ਨਹੀਂ ਹੈ, ਕਿਉਂਕਿ ਜਦੋਂ ਅਸੀਂ 2006 ਚ ਆਏ ਹਾਂ ਉਦੋਂ ਜਿਹੜਾ ਫਾਰਮਾਸਿਸਟ ਦੇ ਵਾਸਤੇ ਇੱਕ ਡੀ ਫਾਰਮੇਸੀ ਡਿਪਲੋਮਾ ਇਨ ਫਾਰਮੇਸੀ ਚਾਹੀਦਾ ਸੀ। ਸਾਡੇ ਸਾਰੇ ਜਿੰਨੇ ਵੀ 2006 2007 8 ਦੇ ਵਿੱਚ ਜਿੰਨੇ ਵੀ ਭਰਤੀ ਹੋਏ ਆ ਸਾਰੇ ਇਸ ਡਿਪਲੋਮੇ ਤੋਂ ਕੁਆਲੀਫਾਈਡ ਨੇ। ਹੁਣ ਆ ਕੇ ਗਵਰਨਮੈਂਟ ਨੇ ਮੇਰੇ ਖਿਆਲ 2016 ਦੇ ਵਿੱਚ ਇਹਨਾਂ ਨੇ ਬੀ ਫਾਰਮੇਸੀ ਕਰ ਦਿੱਤਾ। ਠੀਕ ਹੈ, ਚਲੋ ਠੀਕ ਆ, ਉਹ ਬੀ ਫਾਰਮੇਸੀ ਹੁਣ ਕੀਤੀ ਆ, ਪਰ ਜਿਹੜੇ 2006 ਤੋਂ ਕੰਮ ਕਰ ਰਹੇ ਨੇ, 7 ਤੋਂ ਕਰ ਰਹੇ ਨੇ, 8 9 10 ਤੋਂ ਕਰ ਰਹੇ ਨੇ, ਈਵਨ 15 ਤੱਕ ਜਿਹੜੇ ਹੋਏ ਆ ਉਹ ਤਾਂ ਸਾਰੇ ਡੀ ਵਾਲੇ ਕੀਤੇ ਨਾ, ਉਹ ਤਾਂ ਗਵਰਨਮੈਂਟ ਦਾ ਸੀਗਾ ਨਾ। ਬਿਲਕੁਲ। ਤੇ ਉਹ ਸਾਰੇ ਰੈਗੂਲਰ ਹੋਣੇ ਚਾਹੀਦੇ ਆ ਜੀ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਗੀ। ਕੁਆਲੀਫਾਈਡ ਨੇ ਸਾਰੇ। ਜਿਹੜਾ ਇਹਨਾਂ ਨੂੰ ਲੱਗਦਾ ਕਿ ਡੀ ਫਾਰਮੇਸੀ ਨਹੀਂ ਆ, ਕੁਆਲੀਫਾਈਡ ਨਹੀਂ ਆ, ਉਹ ਤੇ ਜੋ ਇਹਨਾਂ ਨੂੰ ਕਰਨਾ ਕਰ ਸਕਦੇ ਨੇ। ਬਿਲਕੁਲ। ਪਰ ਮੈਂ ਤਾਂ ਕਹਿੰਦਾ ਵੀ ਜਿਹਦੇ ਕੋਲ 16 ਸਾਲ ਲਵਾ ਲਏ ਨੇ, ਜੇ ਉਹ ਡੀ ਫਾਰਮੇਸੀ ਨਹੀਂ ਆ, ਜੇ ਉਹ ਪੈਰਾਮੈਡੀਕਲ ਦੂਸਰਾ ਵੀ ਕੋਈ ਭਰਤੀ ਕੀਤਾ, ਉਹਨੂੰ ਉਹਦੇ ਅਨੁਸਾਰ ਜਿਹੜੀ ਜੌਬ ਬਣਦੀ ਉਹਨੂੰ ਦਿੱਤੀ ਜਾਵੇ। ਬਿਲਕੁਲ। ਨਹੀਂ ਤਾਂ ਉਹਦਾ ਵੀ ਤਰੀਕਾ ਹੁੰਦਾ, ਉਹਨੂੰ ਟਾਈਮ ਦਿੱਤਾ ਜਾ ਸਕਦਾ, ਤੁਸੀਂ ਕੁਆਲੀਫਿਕੇਸ਼ਨ ਟਾਈਮ ਦਿੱਤਾ ਜਾ ਸਕਦਾ। ਮੈਂ ਸੌਰੀ ਟੂ ਇੰਟਰਪਟ, ਮੈਂ ਇਸੇ ਚੀਜ਼ ਨੂੰ ਥੋੜਾ ਜਿਹਾ ਹੋਰ ਤਰੀਕੇ ਨਾਲ ਦੇਖਦਾ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਅਪਗ੍ਰੇਡ ਕਰਦੇ ਹਾਂ ਤਾਂ ਸਾਡੇ ਕੋਲੇ ਅਪਗ੍ਰੇਡ ਕਰਨ ਦਾ ਇੱਕ ਮੋਟਿਵ ਹੁੰਦਾ। ਜੇ ਗਵਰਨਮੈਂਟ ਆਫ ਪੰਜਾਬ ਨੇ ਸਰਵਿਸ ਰੂਲ ਅਮੈਂਡ ਕੀਤੇ ਹੈ, ਕੁਆਲੀਫਿਕੇਸ਼ਨ ਅਪਗ੍ਰੇਡ ਕੀਤੀ ਹੈ, ਸਾਡੀ ਪਿਛਲੀ ਗੱਲ ਇਹਦੇ ਨਾਲ ਜੁੜੂਗੀ, ਤਾਂ ਉਹਦਾ ਲੌਜਿਕ ਕੀ ਸੀਗਾ? ਅਪਗ੍ਰੇਡ ਕਰਨ ਦਾ ਮਤਲਬ ਤਾਂ ਇਹ ਕਿ ਅਸੀਂ ਫਾਰਮੇਸੀ ਨਾਲ ਰਿਲੇਟਡ ਸਰਵਿਸਿਜ਼ ਨੂੰ ਹੋਰ ਬੈਟਰ ਤਰੀਕੇ ਨਾਲ ਲੋਕਾਂ ਨੂੰ ਦੇਈਏ। ਬਿਲਕੁਲ। ਅਸੀਂ ਲੋਕਾਂ ਦੀ ਫਾਰਮੇਸੀ ਕਾਉਂਸਲਿੰਗ ਕਰੀਏ, ਅਸੀਂ ਉਹਨਾਂ ਨੂੰ ਬੈਟਰ ਡਰੱਗ ਚੂਜ਼ ਕਰਨ ਦੇ ਵਿੱਚ ਮਦਦ ਕਰੀਏ, ਅਸੀਂ ਉਹਨਾਂ ਨੂੰ ਐਡਵਾਂਸ ਡਰੱਗ ਰਿਐਕਸ਼ਨ ਦੱਸ ਸਕੀਏ, ਅਸੀਂ ਉਹਨਾਂ ਨੂੰ ਡਰੱਗ ਇੰਟਰੈਕਸ਼ਨ ਬਾਰੇ ਦੱਸ ਸਕੀਏ, ਤਾਂ ਕਿ ਲੋਕਾਂ ਦੀ ਜਿਹੜੀ ਹੈਲਥ ਹੈ ਉਹਦੇ ਨਾਲ ਜਸਟਿਸ ਹੋ ਸਕੇ। ਬਿਲਕੁਲ। ਜਿਹੜੀ ਡਰੱਗ ਇੰਟਰੈਕਸ਼ਨ ਹੈ, ਜਿਹੜੀ ਐਂਟੀਬਾਇਓਟਿਕ ਰੈਜ਼ਿਸਟੈਂਸ ਹੋ ਰਹੀ ਹੈ, ਜਿਹੜੀ ਇਹ ਚੀਜ਼ਾਂ ਦੇ ਉੱਪਰ ਅਸੀਂ ਕੰਮ ਕਰ ਸਕੀਏ। ਹੋਣਾ ਤਾਂ ਇਹ ਚਾਹੀਦਾ ਸੀ, ਲੇਕਿਨ ਜਿਹੜੀ CHO ਪਾਲਿਸੀ ਲਿਆ ਕੇ ਉਹਨਾਂ ਨੇ ਉਸ ਚੀਜ਼ ਦੇ ਵੀ ਉੱਪਰ ਸਮਝ ਨਹੀਂ ਆ ਰਿਹਾ ਕਿ ਜਿਹੜੇ ਪਾਲਿਸੀ ਮੇਕਰ ਹੈ ਸੋਚ ਕੀ ਰਹੇ ਇੱਥੇ ਬੈਠੇ। ਬੜਾ ਵੱਡਾ ਸਵਾਲ ਹੈ ਇਹ ਕਿ ਤੁਸੀਂ ਜਿਹੜੀ ਕੁਆਲੀਫਿਕੇਸ਼ਨ ਅਪਗ੍ਰੇਡ ਕੀਤੀ ਹੈ ਉਹਦਾ ਲੌਜਿਕ ਕੀ ਹੈ? ਕੀ ਤੁਸੀਂ ਉਹਨੂੰ ਐਕਸਰਸਾਈਜ਼ ਕਰ ਰਹੇ ਹੋ ਜੋ ਉਹਦਾ ਇੰਟੈਂਸ਼ਨ ਸੀਗੀ, ਜੋ ਉਹਦਾ ਰੀਜ਼ਨ ਸੀਗਾ? ਪਰ ਸ਼ਾਇਦ ਕਿਸੇ ਅਧਿਕਾਰੀ ਕੋਲ ਇਸ ਚੀਜ਼ ਦਾ ਜਵਾਬ ਕੋਈ ਨਹੀਂ ਹੈਗਾ। ਜੀ, ਇਹ ਤੁਹਾਡੀ ਗੱਲ ਸਹੀ ਹੈ ਕਿ CHOs ਤਾਂ ਹੁਣ ਦਵਾਈਆਂ ਦੇਣ ਲਈ ਕੁਆਲੀਫਾਈਡ ਨਹੀਂ ਹੈ, ਤਾਂ ਅਸੀਂ ਉਹਨੂੰ ਬੈਟਰ ਤਾਂ ਸਿਸਟਮ ਨੂੰ ਕਿਵੇਂ ਕਰ ਪਾਵਾਂਗੇ? ਪਰ ਜੇ ਹੁਣ CHOs ਆ ਗਏ ਨੇ, ਤੁਹਾਨੂੰ ਲੱਗਦਾ ਅੱਗੇ ਤੁਹਾਡੀ ਭਰਤੀ ਹੋਏਗੀ ਵੀ ਇਸ ਪੋਸਟ ਤੇ ਕਿ CHOs ਹੀ ਤੁਹਾਨੂੰ ਰਿਪਲੇਸ ਕਰਦੇ ਰਹਿਣਗੇ? ਦੇਖੋ, ਅਸੀਂ ਤਾਂ ਇਸ ਚੀਜ਼ ਦੇ ਉੱਪਰ ਜਦੋਂ ਅਸੀਂ ਲੀਗਲ ਤਰੀਕੇ ਨਾਲ ਪਰਸਿਊ ਕੀਤਾ ਸੀ ਤਾਂ ਹਾਈ ਕੋਰਟ ਦੇ ਵਿੱਚ ਸਾਡੇ ਡਿਪਾਰਟਮੈਂਟ ਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਜੀ ਇਹ ਤਾਂ ਇੱਕ ਟੈਂਪਰੇਰੀ ਕੈਡਰ ਹੈਗਾ। CHOs ਟੈਂਪਰੇਰੀ? ਜੀ, CHO ਇਹ ਉਹਨਾਂ ਦੀ ਆਫੀਸ਼ੀਅਲ ਸਟੇਟਮੈਂਟ ਆ ਔਨ ਰਿਕਾਰਡ ਕਿ ਇਹ ਇੱਕ ਟੈਂਪਰੇਰੀ ਕੇਡਰ ਹੈਗਾ, ਜਿਹੜਾ ਕਿ ਫਾਰਮੇਸੀ ਇੱਕ ਪਰਮਾਨੈਂਟ ਕੇਡਰ ਆ ਫਾਰਮਾਸਿਸਟ ਦਾ, ਇਹ ਇਹਨੂੰ ਕਦੇ ਵੀ ਰਿਪਲੇਸ ਨਹੀਂ ਕਰ ਸਕਦਾ। ਲੇਕਿਨ ਜੋ ਉਹਨਾਂ ਦੀ ਇੰਟੈਂਸ਼ਨਸ ਹੈ ਉਹ ਇਹੀ ਹੈ ਕਿ ਰੂਰਲ ਏਰੀਆ ਨੂੰ ਹੌਲੀ ਸੌਲੀ CHO ਨੂੰ ਹਵਾਲੇ ਕਰ ਦਿਓ। ਸਾਨੂੰ ਦੇਖੋ CHO ਨਾਲ ਕੋਈ ਵੀ ਪ੍ਰੋਬਲਮ ਨਹੀਂ ਹੈ, ਜੋ ਉਹਨਾਂ ਦਾ ਡੈਜ਼ਿਗਨੇਟਡ ਵਰਕ ਪ੍ਰੋਫਾਈਲ ਹੈਗਾ ਤੁਸੀਂ ਉਹਨਾਂ ਤੋਂ ਲਓ ਜੀ। ਲੇਕਿਨ ਕਿਸੇ ਇੱਕ ਪਾਰਟਿਕੂਲਰ ਡੈਜ਼ਿਗਨੇਟਡ ਕੇਡਰ ਦਾ ਕੰਮ ਜੇ ਤੁਸੀਂ ਐਜ਼ ਇੱਕ ਜਰਨਲਿਸਟ ਤੁਸੀਂ ਡੀਲ ਕਰ ਰਹੇ ਹੋ ਤਾਂ ਤੁਸੀਂ ਹੀ ਆਪਦਾ ਕੰਮ ਕਰ ਸਕਦੇ ਹੋ। ਤੇ ਮੈਂ ਜਵਾਬ ਦੇ ਸਕਦਾ, ਲੇਕਿਨ ਸਵਾਲ ਪੁੱਛਣ ਦਾ ਮੇਰੇ ਕੋਲ ਕੋਈ ਰਾਈਟ ਨਹੀਂ ਹੈਗਾ। ਸੋ ਹੋਣਾ ਐਥੀਕਲੀ ਇਹੀ ਚਾਹੀਦਾ ਹੈ, ਲੋਕਾਂ ਲਈ ਵੀ ਸਹੀ ਹੈ, ਕਿਉਂਕਿ ਇੱਕ ਜਦੋਂ ਨਾਨ ਟ੍ਰੇਨਡ ਬੰਦਾ, ਜੇ ਅਸੀਂ ਦਵਾਈਆਂ ਦੇਣ ਲਈ ਆਥੋਰਾਈਜ਼ ਹੈਗੇ, ਜੇ ਮੈਂ ਦਵਾਈਆਂ ਲਿਖਣ ਬਹਿ ਜਾਊਂਗਾ, ਠੀਕ ਹੈ, ਮੈਂ ਆਪਦੀ ਨੌਲੇਜ ਨਾਲ ਹੋ ਸਕਦਾ ਕੋਈ ਪ੍ਰਾਇਮਰੀ ਏਲਮੈਂਟ ਕਿਉਰ ਕਰਦਾ, ਲੇਕਿਨ ਆਈ ਐਮ ਨਾਟ ਅ ਸਰਟੀਫਾਈਡ ਪਰਸਨ ਟੂ ਡੂ ਦਿਸ ਜੌਬ। ਸੋ ਇਹ ਚੀਜ਼ ਬਹੁਤ ਵੱਡਾ ਖਤਰਾ ਹੈ ਮੇਰੇ ਹਿਸਾਬ ਨਾਲ ਲੋਕਾਂ ਦੀ ਸਿਹਤ। ਅਸਲ ਵਿੱਚ ਸਰ ਜਦੋਂ ਗਵਰਨਮੈਂਟ ਨੇ CHO ਲਿਆਂਦੀਆਂ ਸੀ ਉਦੋਂ ਸਿਰਫ 2 ਦਵਾਈਆਂ ਦਾ ਉਹਨਾਂ ਨੂੰ ਦਿੱਤਾ ਸੀਗਾ, ਕਿ ਇੱਕ ਤੇ ਆਪਣੇ ਬਲੱਡ ਪ੍ਰੈਸ਼ਰ ਦੀ ਦਵਾਈ ਤੇ ਇੱਕ ਸ਼ੂਗਰ ਦੀ ਦਵਾਈ। ਠੀਕ ਹੈ। ਹੁਣ ਹੌਲੀ ਹੌਲੀ ਇਹਨਾਂ ਨੇ ਥੱਲੜੇ ਅਫਸਰਸ ਨੇ ਉਹਨਾਂ ਨੂੰ ਸਾਰਾ ਕੁਝ ਹੈਂਡਓਵਰ ਕਰ ਦਿੱਤਾ। ਈਵਨ ਹਰ ਤਰ੍ਹਾਂ ਦੀ ਦਵਾਈ ਉਹਨਾਂ ਨੂੰ ਪ੍ਰੈਸਕ੍ਰਾਈਬ ਵੀ ਉਹ ਕਰ ਰਹੇ ਨੇ ਔਰ ਦੇ ਵੀ ਡਿਸਪੈਂਸਿੰਗ ਵੀ ਉਹ ਕਰ ਰਹੇ ਨੇ।
ਸਾਨੂੰ ਇਤਰਾਜ਼ ਨਹੀਂਗਾ। ਵੇਖੋ ਅਸੀਂ ਕਹਿੰਦੇ ਯੂਥ ਨੂੰ ਰੁਜ਼ਗਾਰ ਮਿਲਣਾ ਚਾਹੀਦਾ, ਜੀ ਸਾਨੂੰ ਸੀਐਚਓ ਨਾਲ ਕੋਈ ਹੋਰ ਪ੍ਰੋਬਲਮ ਨਹੀਂ, ਪਰ ਇਹ ਕਹਿੰਦੇ ਵੀ ਜਿਹੜਾ ਸਾਡਾ ਹੱਕ ਆ ਉਹਦੇ ਤੇ ਡਾਕਾ ਨਾ ਵੱਜੇ। ਬਿਲਕੁਲ ਜਿਹੜਾ ਫਾਰਮਾਸਿਸਟ ਦਾ ਕੰਮ ਉਹ ਫਾਰਮਾਸਿਸਟ ਦਾ ਰਵੇ, ਸੀਐਚਓ ਦਾ ਜਿਹੜਾ ਕੰਮ ਸੀਐਚਓ ਕਰਨ, ਸਾਨੂੰ ਕੋਈ ਇਤਰਾਜ਼ ਨਹੀਂਗਾ। ਅਸੀਂ ਖੁਸ਼ ਹਾਂ ਕਿ ਚਲੋ ਬੱਚਿਆਂ ਨੂੰ ਨੌਕਰੀ ਮਿਲੀ ਹੈ, ਕਿਉਂਕਿ ਹਰ ਕੋਈ ਨੌਕਰੀ ਚਾਹੁੰਦਾ ਅੱਜ ਦੇ ਯੁੱਗ ਵਿੱਚ। ਇਹਦੇ 'ਚ ਇੱਕ ਹੋਰ ਮੈਂ ਚੀਜ਼ ਗੱਲ ਕਰਨ ਲੱਗਾ, ਸੀਐਚਓ ਥੋੜਾ ਜਿਹਾ ਹਟ ਕੇ ਮਸਲਾ ਵਾ ਕਲਾਸ 4 ਜਿਹੜੇ ਸਾਡੇ ਨਾਲ ਦਰਜਾ 4, ਕਿਉਂਕਿ ਅਸੀਂ ਹੁਣ ਫਾਰਮਾਸਿਸਟ ਬੈਠੇ ਹਾਂ, ਆਪਣੀ ਗੱਲ ਤੇ ਕਰ ਰਹੇ ਹਾਂ, ਪਰ ਸਾਡੇ ਨਾਲ ਦਰਜਾ 4 ਵੀ ਆਏ ਹੋਏ ਨੇ, ਉਹ ਵੀ ਸਾਡੇ ਨਾਲ ਪੱਕੇ ਮੋਰਚੇ ਵਿੱਚ ਬੈਠੇ ਨੇ। ਉਹਨਾਂ ਦੇ ਨਾਲ ਦੇਖੋ ਧੱਕਾ ਜੀ, ਹੁਣੇ ਤੁਸੀਂ ਦੇਖਿਆ ਵੀ ਸਰਕਾਰ ਆਪਣੇ ਪੰਜਾਬ ਸਰਕਾਰ ਨੇ ਕੁਝ ਦਰਜਾ 4 ਕਰਮਚਾਰੀ ਸਫਾਈ ਸੇਵਕ ਜਿਹੜੇ ਆ ਉਹ ਕਲਾਸ ਡੀ ਦੇ ਵਿੱਚ ਕਹਿ ਕੇ ਰੈਗੂਲਰ ਕੀਤੇ ਨੇ ਜੀ, ਸ਼ਹਿਰਾਂ ਦੇ ਵਿੱਚ, ਮਿਊਨਿਸਪੈਲਿਟੀ ਦੇ ਨੇ, ਹੋਰ ਨੇ। ਜੀ ਜਿਹੜੇ ਸਾਡੇ ਨਾਲ ਕਲਾਸ 4 ਨੇ ਉਹ ਵੀ ਕਲਾਸ ਡੀ 'ਚ ਆਉਂਦੇ ਨੇ, ਬਿਲਕੁਲ। ਉਹਨਾਂ ਨੂੰ ਕਿਉਂ ਨਹੀਂ ਰੈਗੂਲਰ ਕੀਤਾ ਜਾ ਰਿਹਾ? ਉਹਨਾਂ ਨਾਲ ਧੱਕਾ ਕਿਉਂ ਹੋ ਰਿਹਾ? ਮਤਲਬ ਉਹਨਾਂ ਦੀ ਆਵਾਜ਼ ਕਿਉਂ ਨਹੀਂ ਸੁਣੀ ਜਾ ਰਹੀ? ਮਤਲਬ ਸਰਕਾਰ ਸਿੱਧੇ ਤੌਰ ਤੇ ਜਿਹੜੇ ਮੰਤਰੀ ਸਾਹਿਬਾਨ ਨੇ ਜਾਂ ਜਿਹੜੇ ਡਿਪਾਰਟਮੈਂਟ ਨੇ ਉਹ ਆਪਣੀ ਮਨਮਰਜ਼ੀ ਕਰ ਰਹੇ ਨੇ ਵੀ ਜਿੱਥੇ ਕਿਤੇ, ਹੁਣ ਮੈਂ ਇੱਕ ਲਫ਼ਜ਼ ਨਹੀਂ ਬੋਲਣਾ ਚਾਹੁੰਦਾ ਵੀ ਉਹ ਇੱਥੇ ਵੀ ਹੁਣ ਤੁਸੀਂ ਸਮਝਦਾਰ ਹੋ ਵੀ ਕੀ ਚੱਲ ਰਿਹਾ ਵਾ। ਇਹ ਗਰੀਬ ਜਿਹੜੇ 6-6000 ਰੁਪਏ ਤਨਖਾਹ ਲੈ ਰਹੇ, ਇਹ ਕਿੱਦਾਂ ਸਰਵਾਈਵ ਕਰਨੇ, ਇਹ ਹੀ ਸਮਝ ਆਉਂਦੀ। ਬਿਲਕੁਲ। ਸੋ ਇਹਨਾਂ ਨਾਲ ਵੀ ਧੱਕਾ ਬਹੁਤ ਵੱਡਾ ਹੋ ਰਿਹਾ। ਜੀ, ਤੇ ਪਿਛਲੀ ਗੱਲ ਤੇ ਇਹ ਤਾਂ ਰੂਰਲ ਏਰੀਆਜ਼ ਤਾਂ ਮੈਨੂੰ ਲੱਗਦਾ ਹੋਰ ਜ਼ਿਆਦਾ ਰਿਸਕ ਹੈ, ਕਿਉਂਕਿ ਰੂਰਲ ਜਿਹੜੇ ਜ਼ਿਆਦਾਤਰ ਲੋਕੀ ਨੇ ਉਹਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਡਾਕਟਰ ਕੌਣ ਹੈ। ਉਹ ਤਾਂ ਬਹੁਤ ਵਾਰ ਚਾਹੇ ਨਰਸਾਂ ਹੋਣ ਚਾਹੇ ਫਾਰਮਾਸਿਸਟ ਹੋਣ, ਉਹਨੂੰ ਵੀ ਡਾਕਟਰ ਹੀ ਬੁਲਾ ਲੈਂਦੇ ਨੇ। ਬਿਲਕੁਲ। ਕਿਉਂਕਿ ਕਈ ਥਾਵਾਂ 'ਚ ਪਤਾ ਲੱਗਦਾ ਵੀ ਡਾਕਟਰ ਬਹੁਤ ਚਿਰ ਤੋਂ ਹੈ ਨਹੀਂਗਾ, ਤਾਂ ਜਿਹੜਾ ਵੀ ਪੈਰਾਮੈਡੀਕਲ ਵੀ ਸਟਾਫ ਹੋਵੇ ਉਹ ਡੀਲ ਕਰਦਾ ਹੈ। ਸੈਕੰਡਲੀ ਕਿਉਂਕਿ ਉਹਨੂੰ ਦਵਾਈਆਂ ਦੀ ਵੀ ਇੰਨੀ ਸੈਂਸ ਨਹੀਂ ਹੈ, ਜਿਹੜਾ ਸ਼ਾਇਦ ਸਾਡੇ ਵਰਗਾ ਸ਼ਹਿਰੀ ਬੰਦਾ ਗੂਗਲ ਹੀ ਕਰ ਲੈਂਦਾ ਦਵਾਈ ਕੀ ਕਰਦੀ ਹੈ। ਸੋ ਉਹਨਾਂ ਨੂੰ ਤਾਂ ਫੋਰ ਐਗਜ਼ਾਮਪਲ ਜੇ ਸੀਐਚਓ ਕੁਝ ਵੀ ਦਵਾਈ ਦੇ ਦੇਵੇ ਉਹ ਤਾਂ ਭਰੋਸੇ ਕਰਕੇ ਖਾ ਲੈਣਗੇ। ਸੋ ਤੁਹਾਡੀ ਗੱਲ ਇਹ 'ਚ ਵੀ ਬਿਲਕੁਲ ਸਹੀ ਹੈ ਕਿ ਹੋਰ ਅਸੀਂ ਆਪਣੇ ਪੇਂਡੂ ਸਵਾਸਥ ਨਾਲ ਤਾਂ ਬਹੁਤ ਹੀ ਖੇਡ ਰਹੇ ਹਾਂ ਆਪਾਂ। ਬੇਸਿਕਲੀ ਉਹਨਾਂ ਨਾਲ ਤਾਂ ਇਨਜਸਟਿਸ ਕੀਤਾ ਜਾ ਰਿਹਾ ਹੈ ਸਰ, ਇਹ ਇਨਜਸਟਿਸ ਇਜ਼ ਦਾ ਪ੍ਰੋਪਰ ਵਰਡ, ਕਿ ਉਹਨਾਂ ਦੀਆਂ ਜਾਨਾਂ ਨਾਲ ਖੇਡਿਆ ਜਾ ਰਿਹਾ ਹੈ। ਬਿਲਕੁਲ। ਦੇਖੋ, ਜੇ ਜਿਨ੍ਹਾਂ ਨੇ ਫਾਰਮੇਸੀ ਐਕਟ ਡਰਾਫਟ ਕੀਤਾ ਹੈ, ਜੇ ਉਹਨਾਂ ਨੇ ਇਹਨੂੰ ਕਾਨੂੰਨ ਬਣਾਇਆ, ਫਾਰਮੇਸੀ ਨੂੰ ਇੱਕ ਅਲੱਗ ਡੈਜ਼ਿਗਨੇਟਡ ਪ੍ਰੋਫੈਸ਼ਨ ਬਣਾਇਆ, ਦੇ ਵਰ ਨਾਟ ਫੂਲਸ। ਕੁਝ ਸੋਚ ਕੇ ਹੀ ਇਸ ਪ੍ਰੋਫੈਸ਼ਨ ਨੂੰ ਡਿਜ਼ਾਈਨ ਕੀਤਾ ਗਿਆ ਸੀ, ਲੇਕਿਨ ਇਹ ਸਰਕਾਰਾਂ ਦੀ ਨਲਾਇਕੀ ਹੈ ਕਿ ਇੱਕ ਫਾਰਮੇਸੀ ਦੇ ਪ੍ਰੋਫੈਸ਼ਨ ਨੂੰ ਇਹਨਾਂ ਨੇ ਅਣਗੌਲਿਆਂ ਕੀਤਾ ਹੈ। ਮੈਂ ਇੱਕ ਬਹੁਤ ਕਾਮਨ ਐਗਜ਼ਾਮਪਲ ਲੈਣਾ, ਸਾਡੇ ਜੇ ਅਸੀਂ ਗੱਲ ਕਰਦੇ ਹਾਂ ਸਬ ਸੈਂਟਰਾਂ ਦੀ ਤੇ ਪਿੰਡਾਂ ਦੇ ਵਿੱਚ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਹੁੰਦੀਆਂ ਉਹ ਡਿਸਪੈਂਸਰੀ 'ਚ ਜਾਂਦੀਆਂ, ਉੱਥੇ ਆਇਰਨ ਕੈਲਸ਼ੀਅਮ ਕਾਮਨਲੀ ਯੂਜ਼ ਕੀਤੀ ਜਾਂਦੀ ਹੈ ਜੀ, ਆਇਰਨ ਕੈਲਸ਼ੀਅਮ। ਮੈਨੂੰ ਨਹੀਂ ਲੱਗਦਾ ਕਿ ਕਿਸੇ ਬੰਦੇ ਨੂੰ ਇਹ ਪਤਾ ਹੋਊਗਾ, ਜਾਂ ਜਿਹੜੇ ਸਾਡੇ ਉੱਥੇ ਸਟਾਫ ਡੀਲ ਵੀ ਕਰਦੇ ਆ, ਜਿਹੜੇ ਨਾਨ ਫਾਰਮਾਸਿਸਟ ਕੇਡਰ ਹੈਗੇ ਆ, ਕਿ ਆਇਰਨ ਤੇ ਕੈਲਸ਼ੀਅਮ ਇਕੱਠੀ ਕਦੇ ਨਹੀਂ ਲਈਦੀ। ਐਬਜ਼ੌਰਪਸ਼ਨ ਦਾ ਵੀ ਫਰਕ ਹੈ, ਉਹਦਾ ਐਬਜ਼ੌਰਪਸ਼ਨ ਦਾ ਫਰਕ ਹੈ, ਚਿਲੇਸ਼ਨ ਹੋ ਜਾਂਦੀ ਹੈ, ਉਹਨਾਂ ਦੀ ਐਬਜ਼ੌਰਪਸ਼ਨ ਬਦਲ ਜਾਂਦੀ ਹੈ, ਉਹਨਾਂ ਦੇ ਇੰਪੈਕਟਸ ਬਦਲ ਜਾਂਦੇ ਆ। ਲੇਕਿਨ ਹੁਣ ਇਹ ਬੰਦਾ ਉਹੀ ਦੱਸ ਸਕਦਾ ਨਾ ਕਿ ਹੂ ਇਜ਼ ਸਰਟੀਫਾਈਡ ਟੂ ਡੂ ਦਿਸ ਜੌਬ। ਐਗਜ਼ੈਕਟਲੀ। ਸੋ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਹੈਗੀਆਂ ਹੈ ਕਿ ਜਿਹੜੀਆਂ ਸਰਕਾਰ ਨੂੰ ਕਰਨੀਆਂ ਚਾਹੀਦੀਆਂ, ਲੇਕਿਨ ਮੁੱਦੇ ਦੀ ਗੱਲ ਉੱਥੇ ਆ ਜਾਂਦੀ ਹੈ ਕਿ ਸ਼ਾਇਦ ਸਰਕਾਰ ਦਾ ਨਾ ਤਾਂ ਲੋਕਾਂ ਵੱਲ ਧਿਆਨ ਹੈ, ਮੁਲਾਜ਼ਮਾਂ ਵੱਲ ਤਾਂ ਹੋਣਾ ਹੀ ਕੀ ਹੈ। ਜੇ ਅਸੀਂ ਕਿਸੇ ਵੀ ਕਿਸਮ ਦੀ ਗੱਲ ਕਰ ਲਈਏ ਕਿ ਉਹਨਾਂ ਦੇ ਰਾਈਟਸ ਨਹੀਂ ਮਿਲ ਰਹੇ ਹੈਗੇ, ਤਾਂ ਫਿਰ ਅਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਰਕਾਰ ਜਾ ਕਿੱਧਰ ਨੂੰ ਰਹੀ ਹੈ। ਮੈਨੂੰ ਲੱਗਦਾ ਅਸੀਂ ਇਸ ਪੂਰੀ ਗੱਲਬਾਤ 'ਚ ਦੋ ਚੀਜ਼ਾਂ ਜਿਹੜੀਆਂ ਕੀਤੀਆਂ ਨੇ ਉਹਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਇੱਕ ਤੁਸੀਂ ਬਾਰ-ਬਾਰ ਲਫ਼ਜ਼ ਇਸਤੇਮਾਲ ਕੀਤਾ ਇੰਟੈਂਸ਼ਨ, ਜੇ ਸਰਕਾਰ ਕਰਨਾ ਚਾਹੇ ਉਹ ਇੰਟੈਂਸ਼ਨ ਨਹੀਂ ਹੈ। ਦੂਸਰਾ ਮੈਨੂੰ ਲੱਗਦਾ ਆਪਣੀ ਪਿਛਲੀ ਗੱਲਾਂ 'ਚੋਂ ਇੱਕ ਗੱਲ ਜਿਹੜੀ ਨਿਕਲੀ ਹੈ ਉਹ ਸਾਡੇ ਪੋਲਿਸੀ ਮੇਕਰਸ ਦੀ ਖੁਦ ਦੀ ਸੋਚ ਜਾਂ ਚਾਹੇ ਨੌਲੇਜ ਕਹਿ ਲਓ, ਕਿ ਉਹ ਸਮਝ ਹੀ ਨਹੀਂ ਪਾ ਰਹੇ ਕਿ ਇੱਕ ਫਾਰਮਾਸਿਸਟ ਦਾ ਜਾਂ ਜਿਹੜਾ ਜੋ ਜਿਸ ਚੀਜ਼ ਲਈ ਕੁਆਲੀਫਾਈਡ ਹੈ ਉਹਨੂੰ ਉੱਥੇ ਰੱਖਣਾ ਕਿਉਂ ਜ਼ਰੂਰੀ ਹੈ, ਜਿਹਦਾ ਤੁਸੀਂ ਹੁਣੇ ਉਦਾਹਰਨ ਵੀ ਦਿੱਤਾ ਹੈ। ਸੋ ਹਾਂਜੀ, ਤੁਸੀਂ ਕੁਝ ਕਹਿਣਾ? ਇਹਦੇ ਵਿੱਚ ਤੁਹਾਨੂੰ ਇੱਕ ਚੀਜ਼ ਦੱਸਣਾ, ਹਾਸੋ ਹੀ ਨਹੀਂ ਤੁਹਾਨੂੰ ਦੱਸਦੇ ਆ। ਪਰਸੋਂ ਦੀ ਮੈਂ ਅਖਬਾਰ 'ਚ ਖਬਰ ਪੜ੍ਹੀ ਸੀ, ਕਿਉਂਕਿ ਹੁਣ ਬਹੁਤ ਸਾਰੇ ਜਿਹੜੇ ਹੈਲਥ ਦੇ ਮੁਲਾਜ਼ਮ ਨੇ ਉਹ ਹੜਤਾਲ ਤੇ ਚਲੇ ਗਏ ਆ ਜੀ। ਹੁਣ ਅਸੀਂ ਵੀ ਆ ਗਏ। ਪਰਸੋਂ ਮੈਂ ਅਖਬਾਰ 'ਚ ਮੈਨੂੰ ਕਿਸੇ ਨੇ ਭੇਜੀ, ਕਹਿੰਦੇ ਆ ਦੇਖੋ ਕਿ ਵੈਟਰਨਰੀ ਫਾਰਮਾਸਿਸਟਾਂ ਨੂੰ ਵੈਕਸੀਨੇਸ਼ਨ ਇੱਧਰ ਹਿਊਮਨਸ ਨੂੰ ਲਗਾਉਣ ਵਾਸਤੇ ਕਹਿ ਰਹੇ, ਦੇਖੋ, ਔਰ ਸੈਂਪਲਿੰਗ ਕਰਨ ਵਾਸਤੇ। ਹੁਣ ਤੁਸੀਂ ਸੋਚੋ, ਪੜ੍ਹੇ ਲਿਖੇ ਹੋ, ਕਿ ਵੈਟਰਨਰੀ ਦਾ ਜਿਹਨੇ ਕੋਰਸ ਕੀਤਾ ਜਾਂ ਵੈਟਰਨਰੀ ਜਿਹੜੇ ਵੈਕਸੀਨੇਸ਼ਨ ਕਰ ਰਹੇ ਨੇ, ਕਿ ਉਹ ਆਪਣੇ ਸਾਡੇ ਇੱਧਰਲੇ ਹੈਲਥ ਵਾਲੇ ਡਿਪਾਰਟਮੈਂਟ ਜਾਣ ਕੇ ਕਰ ਸਕਦੇ ਨੇ ਜੀ। ਸਰਕਾਰ ਤੇ ਇੱਥੋਂ ਤੱਕ ਹਾਸੋਹੀਣੀਆਂ ਜਿਹੜੀਆਂ ਫੈਸਲੇ ਲੈ ਰਹੀ ਹੈ। ਬਿਊਰੋਕਰੇਟਸ ਦੀ ਜੇ ਅਸੀਂ ਲੈਂਗੁਏਜ ਦੀ ਗੱਲ ਕਰੀਏ ਤਾਂ ਅਸੀਂ ਰੀਸੈਂਟਲੀ ਇੱਕ ਜੋ ਸੁਪਰੀਮ ਕੋਰਟ ਦੀ ਜਜਮੈਂਟ ਆਈ ਸੀ ਜਗਦੀਪ ਸਿੰਘ ਵਰਸਸ ਸਟੇਟ ਆਫ ਪੰਜਾਬ ਦੇ ਵਿੱਚ, ਕਿ ਐਵਰੀ ਪਰਸਨ ਹੈਜ਼ ਅ ਇਕੁਅਲ ਰਾਈਟ, ਕਿ ਉਹਨੂੰ ਬਰਾਬਰ ਕੰਮ ਲਈ ਬਰਾਬਰ ਤਨਖਾਹ ਮਿਲੇ। ਬਿਲਕੁਲ। ਅਸੀਂ ਉਹਦੇ ਲਈ ਕੋਰਟ ਦੇ ਵਿੱਚ ਪਰਸਿਊ ਕੀਤਾ, ਤਾਂ ਕੋਰਟ ਨੇ, ਆਨਰੇਬਲ ਕੋਰਟ ਨੇ ਉਹਨੂੰ ਡਾਇਰੈਕਟ ਕਰਤਾ ਡਿਪਾਰਟਮੈਂਟ ਨੇ ਕਿ ਤੁਸੀਂ ਇਹਨਾਂ ਦਾ ਮੈਟਰ ਆਊਟ ਡਿਸਾਈਡ ਕਰੋ। ਡਿਪਾਰਟਮੈਂਟ ਨੇ ਸਾਡੇ ਨੇ ਸਟੈਂਡਿੰਗ ਆਰਡਰ ਕੀ ਕੀਤੇ ਹੈ ਕਿ ਜੀ ਇਹ EMPLOYEES ਟੈਂਪਰੇਰੀ ਨੇ, ਇਹਨਾਂ ਦੀ ਭਰਤੀ ਇਸ ਤਰੀਕੇ ਨਾਲ ਹੋਈ ਹੈ ਵਗੈਰਾ ਵਗੈਰਾ, ਜੋ ਵੀ ਉਹਨਾਂ ਨੇ ਰੀਜ਼ਨਸ ਦਿੱਤੇ। ਠੀਕ ਹੈ ਜੀ, ਸ਼ੁਰੂ ਇੱਥੋਂ ਕੀਤਾ ਕਿ ਇਹ EMPLOYEE ਟੈਂਪਰੇਰੀ ਨੇ, ਤੇ ਖਤਮ ਕਿੱਥੇ ਕੀਤਾ, ਇਸ ਲਈ ਇਹਨਾਂ ਨੂੰ ਕੱਚੇ ਕਰਮਚਾਰੀ ਨਹੀਂ ਸਮਝਿਆ ਜਾ ਸਕਦਾ, ਟੈਂਪਰੇਰੀ ਕਰਮਚਾਰੀ ਨਹੀਂ ਸਮਝਿਆ ਜਾ ਸਕਦਾ। ਜਿਸ ਰੂਲਿੰਗ ਦੇ ਵਿੱਚ
ਕਿਸੇ ਹੋਰ ਚੀਜ਼ ਦਾ ਵੇਰਵਾ ਹੀ ਹੈ ਨਹੀਂਗਾ। ਸਿਰਫ ਉਹਨਾਂ ਨੇ ਦੋ ਚੀਜ਼ਾਂ ਪੁੱਛੀਆਂ, ਕੀ ਮੁਲਾਜ਼ਮ ਬਰਾਬਰ ਕੰਮ ਕਰਦਾ? ਜੀ, ਦੈਟਸ ਆਲ। ਜੇ ਉਹ ਕੰਮ ਉਹੀ ਕਰ ਰਿਹਾ ਤਾਂ ਤੁਸੀਂ ਉਹਨੂੰ ਉਹਦੇ ਜਿਹੜੇ ਉਹਦੇ ਪੇ ਪੈਰਿਟੀ ਉਹਦੀ ਮੇਨਟੇਨ ਕਰੋ। ਬਿਲਕੁਲ। ਬਟ ਇੱਕ IAS ਆਫੀਸਰ, ਉਹ ਵੀ ਐਡਾ ਸੀਨੀਅਰ ਆਫੀਸਰ, ਸਾਈਨ ਕਰਕੇ ਇਹ ਲਿਖ ਰਿਹਾ ਹੈ ਕਿ ਇਹ ਕੱਚੇ ਕਰਮਚਾਰੀ ਨੇ, ਇਸ ਲਈ ਇਹਨਾਂ ਨੂੰ ਕੱਚੇ ਨਹੀਂ ਸਮਝਿਆ ਜਾ ਸਕਦਾ। ਤੇ ਅਸੀਂ ਕੀ ਸੋਚੀਏ ਇੱਥੋਂ? ਜੀ, ਉਹੀ ਗੱਲ, ਸਾਡੇ ਪਾਲਿਸੀ ਮੇਕਰਸ ਕਿਤੇ ਨਾ ਕਿਤੇ ਸ਼ਾਇਦ ਸਰਕਾਰ ਦੇ ਨਾਲ ਮਿਲੇ ਹੋਏ ਆ ਜਾਂ ਉਹ ਸਮਝਣਾ ਨਹੀਂ ਚਾਹੁੰਦੇ। ਪਰ ਕਿਤੇ ਨਾ ਕਿਤੇ ਇਹ ਚੀਜ਼, ਜਿਵੇਂ ਅਸੀਂ ਪਹਿਲਾਂ ਕਹਿ ਰਹੇ, ਚਾਹੇ ਅਸੀਂ ਕਿਸਾਨ ਮੋਰਚੇ ਦੀ ਗੱਲ ਕਰੀਏ, ਤਾਂ ਫਿਰ ਕਿਤੇ ਨਾ ਕਿਤੇ ਇਹ ਚੀਜ਼ਾਂ ਵਿਦਰੋਹ ਨੂੰ ਜਨਮ ਦਿੰਦੀਆਂ, ਜਿਹਦਾ ਸਿੱਧਾ ਨੁਕਸਾਨ ਕਿਤੇ ਨਾ ਕਿਤੇ ਪੰਜਾਬ ਦੇ ਬਸ਼ਿੰਦਿਆਂ ਨੂੰ ਹੁੰਦਾ। ਬਿਲਕੁਲ, ਪੂਰੇ ਪੰਜਾਬ ਨੂੰ ਹੁੰਦਾ ਜੀ। ਹੁਣ ਪਬਲਿਕ ਵੀ ਸਫਰ ਕਰ ਰਹੀ ਹੈ, ਜਿਹਨਾਂ ਤੁਸੀਂ ਸਰਵ ਕਰਨ ਦੀ ਜਗ੍ਹਾ ਆਪਣੇ ਸੜਕਾਂ ਤੇ ਬੈਠੇ ਹੋ ਇਸ ਵੇਲੇ। ਬਿਲਕੁਲ। ਸਾਡਾ ਮਨ ਨਹੀਂ ਕਰਦਾ ਕਿ ਅਸੀਂ ਵੀ ਆਪਦੇ ਪ੍ਰੋਫੈਸ਼ਨ ਨਾਲ ਨਿਆਂ ਕਰੀਏ, ਅਸੀਂ ਲੋਕਾਂ ਨੂੰ ਸਰਵਿਸਿਜ਼ ਦੇਈਏ ਜਿਸ ਦੇ ਲਈ ਸਾਨੂੰ ਗਵਰਨਮੈਂਟ ਸੈਲਰੀ ਦੇਣੀ, ਬਟ ਅਸੀਂ ਕਿਤੇ ਨਾ ਕਿਤੇ ਅਸੀਂ ਵੀ ਤਾਂ ਆਪਦੇ ਬੱਚੇ ਪਾਲਣੇ ਆ। ਅਸੀਂ ਬੜਾ ਸੈਕਰੀਫਾਈਸ ਕੀਤਾ ਜੀ ਇਹਨਾਂ ਦਿਨਾਂ ਦੇ ਵਿੱਚ, ਤਕਰੀਬਨ 16 ਸਾਲ ਤੋਂ ਕਰਦੇ ਆ ਰਹੇ ਹਾਂ। ਸਾਡਾ ਦਿਲ ਨਹੀਂ ਕਰਦਾ ਕਿ ਅਸੀਂ ਜਾਮ ਲਾਈਏ ਟ੍ਰੈਫਿਕ, ਕਿਉਂ ਪੜ੍ਹੀ ਲਿਖੀ ਜਮਾਤ ਆ, ਸਾਡਾ ਕਿਸੇ ਦਾ ਮਤਲਬ ਕਿਸੇ ਦਾ ਵੀ ਨੁਕਸਾਨ, ਕਿਉਂਕਿ ਅਸੀਂ ਜਾਮ ਲਾਵਾਂਗੇ ਲੋਕ ਰੁਕਣਗੇ, ਲੋਕਾਂ ਦੇ ਕਈ ਜ਼ਰੂਰੀ ਕੰਮ ਹੀ ਹੋ ਸਕਦੇ ਨੇ, ਕਿਸੇ ਨੇ ਆਪਣੀ ਕੋਰਟ ਕੇਸ 'ਚ ਜਾਣਾ, ਕਿਸੇ ਨੇ ਨੌਕਰੀ ਤੇ ਜਾਣਾ, ਕਿਸੇ ਨੇ ਹਸਪੀਟਲ ਜਾਣਾ, ਸਾਡਾ ਜੀ ਨਹੀਂ ਕਰਦਾ। ਪਰ ਸਰਕਾਰ ਸਾਨੂੰ ਧੱਕ ਰਹੀ ਆ। ਮੈਨੂੰ ਦੱਸਣਾ ਤਾਂ ਨਹੀਂ ਚਾਹੀਦਾ, ਅੱਜ ਮੇਰੀ ਮੈਰਿਜ ਐਨਵਰਸਰੀ ਆ, ਮੈਂ ਧਰਨੇ ਤੇ ਬੈਠਾ। ਕਿਉਂ ਬੈਠਾ? ਕਿਉਂਕਿ ਮੈਂ ਆਪਣਾ ਹੱਕ ਲੈਣਾ। ਇੱਦਾਂ ਹੀ ਸਾਡੇ ਵਿੱਚ ਕਈ ਲੜਕੀਆਂ ਵਿਚਾਰੀਆਂ ਜਿਹੜੀਆਂ ਮਤਲਬ ਬਿਮਾਰ ਵੀ ਨੇ, ਪਰ ਉਹ ਆਣ ਕੇ ਧਰਨੇ 'ਚ ਬੈਠੀਆਂ ਨੇ। ਕਿਉਂ? ਕਿਉਂਕਿ ਦਿਸਦਾ ਨਹੀਂ ਅੱਗੇ ਕੁਝ ਸਾਨੂੰ। ਜਦੋਂ ਅਸੀਂ ਸਾਰੇ ਆਪਣੇ ਹੱਕ ਤੋਂ ਵਾਂਝੇ ਹਾਂ, 16 ਸਾਲ ਦਾ ਵਕਫਾ ਬਹੁਤ ਲੰਬਾ ਹੁੰਦਾ। ਇੰਨੇ ਵਕਫੇ ਦੇ ਵਿੱਚ ਵੀ ਸਰਕਾਰ ਵੱਲੋਂ ਸਾਨੂੰ ਐਂਡ ਤੇ ਆਣ ਕੇ ਇੱਕ ਛੋਟੀ ਜਿਹੀ ਗੱਲ ਕਹਿ ਕੇ, ਜੀ ਗਵਰਨਰ ਸਾਹਿਬ ਸਾਈਨ ਨਹੀਂ ਕਰ ਰਹੇ, ਇਹ ਬੜੀ ਹਾਸੋਹੀਣੀ ਗੱਲ ਹੈ, ਜਿਹਨੂੰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ। ਤੁਹਾਡੇ ਮਾਧਿਅਮ ਰਾਹੀਂ ਮੈਂ ਪਬਲਿਕ ਗੜੀ ਵੀ ਰੱਖਣਾ ਚਾਹੁੰਦਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਵਾ, ਤਾਂ ਅਸੀਂ ਆਣ ਕੇ ਟੈਂਟ ਲਗਾ ਕੇ ਬੈਠੇ ਹਾਂ, ਤਾਂ ਅਸੀਂ ਰੈਲੀਆਂ ਕਰ ਰਹੇ ਹਾਂ। ਸਾਡਾ ਕਿਸੇ ਵੀ ਪਬਲਿਕ ਨੂੰ ਕਿਸੇ ਵੀ ਕਿਸਮ ਦੇ ਨਾਲ ਨੁਕਸਾਨ ਪਹੁੰਚਾਉਣ ਦਾ ਜਾਂ ਉਹਨਾਂ ਦੇ ਕਿਸੇ ਕੰਮ ਵਿੱਚ ਰੁਕਾਵਟ ਪਾਉਣ ਦਾ ਕੋਈ ਵੀ ਸਾਡਾ ਮਨ ਨਹੀਂ ਹੈ। ਸਾਡੇ ਨਾਲੋਂ ਬੜਾ ਧੱਕਾ ਤਾਂ ਪਬਲਿਕ ਨਾਲ ਹੋ ਰਿਹਾ। ਬਿਲਕੁਲ। ਜਿਸ ਚੀਜ਼ ਲਈ ਉਹ ਟੈਕਸ ਪੇ ਕਰਦੇ ਨੇ, ਜਿਸ ਲਈ ਉਹ ਗਵਰਨਮੈਂਟ ਇਲੈਕਟ ਕਰਦੇ ਨੇ, ਉਹ ਸਰਵਿਸਿਜ਼ ਉਹਨਾਂ ਨੂੰ ਮਿਲ ਹੀ ਨਹੀਂ ਰਹੀਆਂ। ਚਾਹੇ ਉਹ ਟੈਸਟਿੰਗ ਹੋਵੇ, ਚਾਹੇ ਉਹ ਵੈਕਸੀਨੇਸ਼ਨ ਹੋਵੇ, ਚਾਹੇ ਉਹ ਮੈਡੀਸਨ ਹੋਵੇ, ਚਾਹੇ ਉਹ ਹੈਲਥ ਸਰਵਿਸਿਜ਼ ਹੋਣ, ਕੀ ਉਹਨਾਂ ਦਾ ਉਹ ਰਾਈਟ ਨਹੀਂ ਹੈ? ਬਿਲਕੁਲ। ਉਹ ਉਹਨਾਂ ਨੂੰ ਦੇਣਾ ਗਵਰਨਮੈਂਟ ਨੇ ਹੈ। ਉਹਨਾਂ ਲਈ ਅਪਾਇੰਟ ਕਰੇ ਬੰਦੇ, ਉਹਨਾਂ ਨੂੰ ਸਰਵਿਸਿਜ਼ ਦੇਵੇ। ਜੇ ਅਸੀਂ ਹੀ ਬੈਠੇ ਹਾਂ ਤਾਂ ਉਹ ਕਿਸੇ ਕਾਜ਼ ਪਿੱਛੇ ਬੈਠੇ, ਸਫਰ ਤਾਂ ਪਬਲਿਕ ਵੀ ਕਰ ਰਹੀ ਹੈ ਨਾ। ਬਿਲਕੁਲ। ਤੇ ਇਹ ਉਹਨਾਂ ਨੂੰ ਗਵਰਨਮੈਂਟ ਇਲੈਕਟ ਕਰਨ ਵੇਲੇ, ਮੈਂ ਤੁਹਾਡੇ ਮਾਧਿਅਮ ਰਾਹੀਂ ਸ਼ਾਇਦ ਸਰੋਤਿਆਂ ਨੂੰ ਵੀ ਇਹ ਗੱਲ ਕਹਿਣੀ ਚਾਹੂੰਗਾ ਕਿ ਸਾਨੂੰ ਜਾਗਣਾ ਪਵੇਗਾ। ਜਿਹੜੇ ਲੋਕ ਸਾਡੇ ਤੋਂ ਵੋਟ ਮੰਗਣ ਆਉਂਦੇ ਆ ਜਾਂ ਜਦੋਂ ਸਾਡੇ ਨਾਲ ਇਸ ਤਰੀਕੇ ਦੀ ਗੱਲਬਾਤ ਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਸਾਨੂੰ ਆਪਦੇ ਰਾਈਟਸ ਪਛਾਣਨੇ ਪੈਣਗੇ ਕਿ ਸਾਡਾ ਜਿਹੜਾ ਰਾਈਟ ਕੀ ਹੈ। ਜੇ ਅਸੀਂ ਸਾਡੇ ਕੋਲੇ ਮੈਂ ਪੇ ਕਰ ਸਕਦਾ ਪ੍ਰਾਈਵੇਟ, ਦਾ ਇਹ ਮਤਲਬ ਇਹ ਨਹੀਂ ਹੈ ਕਿ ਮੇਰਾ ਕੋਈ ਰਾਈਟ ਨਹੀਂ ਹੈ ਉਹਦੇ। ਬਿਲਕੁਲ। ਸੋ ਇਹ ਚੀਜ਼ਾਂ ਲੋਕਾਂ ਨੂੰ ਸਿੱਖਣੀਆਂ ਪੈਣਗੀਆਂ ਕਿ ਸਾਡੇ ਨਾਲੋਂ ਜ਼ਿਆਦਾ ਧੱਕਾ ਲੋਕਾਂ ਨਾਲ ਹੋ ਰਿਹਾ। ਅਸੀਂ ਤਾਂ ਫਿਰ ਵੀ ਕਿਵੇਂ ਨਾ ਕਿਵੇਂ ਕਰਕੇ ਚਲੋ ਐਜੀਟੇਸ਼ਨ ਲਗਾ ਲਓ, ਪ੍ਰੋਟੈਸਟ ਲਗਾ ਲਓ, ਕਿਵੇਂ ਨਾ ਕਿਵੇਂ ਮੈਨੇਜ ਕਰ ਲੈ, ਪਰ ਉਹਨਾਂ ਦੇ ਹੱਕਾਂ 'ਤੇ ਤਾਂ ਦਿਨ ਦਿਹਾੜੇ ਡਾਕਾ ਵੱਜ ਰਿਹਾ। ਬਿਲਕੁਲ। ਮੇਰਾ ਆਖਰੀ ਸਵਾਲ ਜੀ, ਸੰਘਰਸ਼ ਦਾ, ਇਸ ਤੁਹਾਡੇ ਚੱਲਦੇ ਸੰਘਰਸ਼ ਦਾ ਇਮੀਡੀਏਟ ਫਿਊਚਰ ਕੀ ਹੈ ਤੇ ਇਹਦਾ ਹੁਣ ਅੱਗੇ ਵਾਸਤੇ ਕੀ ਪਲਾਨ ਹੈ? ਸੰਘਰਸ਼ ਦਾ ਤਾਂ ਅਸੀਂ ਹੁਣ ਜੋ ਇਹ ਸੰਘਰਸ਼ ਸ਼ੁਰੂ ਕੀਤਾ, ਇਹਨੂੰ ਆਰ-ਪਾਰ ਦੀ ਲੜਾਈ ਹੀ ਮੰਨ ਕੇ ਚੱਲ ਰਹੇ ਹਾਂ। ਸਾਡਾ ਜਿਹੜਾ ਬੜਾ ਇਸ ਮੌਕੇ ਤੇ ਬੜਾ ਕਲੀਅਰ ਨੈਰੇਟਿਵ ਹੈਗਾ ਕਿ ਅਸੀਂ ਜੇ ਤਾਂ ਗਵਰਨਮੈਂਟ ਸਾਡੀਆਂ ਡਿਮਾਂਡਸ ਪੂਰੀਆਂ ਕਰਦੀ ਹੈ, ਫਿਰ ਤਾਂ ਅਸੀਂ ਇਹਨੂੰ ਨੈਚੁਰਲੀ ਜੀ ਗੱਲ ਵਾਈਂਡ ਅਪ ਕਰਾਂਗੇ ਹੀ ਕਰਾਂਗੇ। ਅਦਰਵਾਈਜ਼ ਜੇ ਕਿਤੇ ਗਵਰਨਮੈਂਟ ਦੇ ਦਿਮਾਗ ਦੇ ਵਿੱਚ ਥੋੜਾ ਜਿਹਾ ਵੀ ਇਹ ਮਿਸਕਮਿਊਨੀਕੇਸ਼ਨ ਹੈਗੀ ਹੈ ਕਿ ਕੋਈ ਨਹੀਂ, ਜੇ ਅਸੀਂ ਇਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਟਾਲ ਦਿਆਂਗੇ, ਤਾਂ ਗਵਰਨਮੈਂਟ ਨੂੰ ਇਹਦਾ ਜਿਹੜਾ ਪ੍ਰਾਈਸ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਪੇ ਕਰਨਾ ਹੀ ਕਰਨਾ ਪਊਗਾ। ਉਹਦੇ ਲਈ ਸਾਨੂੰ ਜੋ ਕਰਨਾ ਪਿਆ ਸੀ ਕਰਾਂਗੇ। ਪਰ ਜਿਵੇਂ ਤੁਸੀਂ ਕਿਹਾ ਚੋਣ ਜਾਬਤਾ ਲੱਗ ਗਿਆ, ਫਿਰ ਇਹ ਪਾਵਰਲੈਸ ਹੋ ਜਾਣਗੇ। ਨਵੀਂ ਸਰਕਾਰ ਆ ਗਈ, ਫਿਰ ਤਾਂ ਉਹ ਆਈ ਗਈ ਹੈ, ਤੁਸੀਂ 5 ਸਾਲ ਲਈ ਫਿਰ ਟਰਕਾਤੇ ਜਾਓਗੇ। ਵਿਕਰਮ ਜੀ, ਉਹਦਾ ਫਿਰ ਕੀ ਸੋਲੂਸ਼ਨ ਹੈ ਤੁਹਾਡੇ? ਦੇਖੋ ਜੀ, ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਮੁਲਾਜ਼ਮ ਦਾ ਕੋਈ ਪਾਰਟੀ ਨਹੀਂ ਹੁੰਦੀ, ਪਰ ਜਿਹੜੀ ਪਾਰਟੀ ਨੇ ਸਾਡੇ ਨਾਲ ਇੰਨਾ ਧੱਕਾ ਕੀਤਾ ਵਾ, ਜਿਹੜੀ ਸਰਕਾਰ ਵਾ ਜਿਹਦੀ ਇਸ ਵੇਲੇ ਇੰਨਾ ਸਾਡੇ ਨਾਲ ਧੱਕਾ ਕੀਤਾ, ਇੰਨਾ ਇਨਜਸਟਿਸ ਕੀਤਾ ਸਾਡੇ ਨਾਲ, ਅਸੀਂ ਅਖੀਰ ਤੱਕ ਲੜਾਂਗੇ ਇਹਨਾਂ ਨਾਲ। ਚੋਣ ਜਾਬਤਾ ਲੱਗ ਵੀ ਜਾਏਗਾ ਤਾਂ ਵੀ ਅਸੀਂ ਇਹਨਾਂ ਦੇ ਜਿਹੜੇ ਜੋ ਇਹਨਾਂ ਨੇ ਸਾਡੇ ਨਾਲ ਕੀਤਾ, ਉਹੀ ਕੁਝ ਅਸੀਂ ਪਬਲਿਕ 'ਚ ਜਾ ਕੇ ਕਰਾਂਗੇ। ਕੋਈ ਨਾ, ਵੀ ਵਿਲ ਮੇਕ ਸ਼ੋਰ ਕਿ ਐਟਲੀਸਟ ਇਹ ਨਾ ਰਿਪੀਟ ਹੋਣ ਫਿਰ। ਪਰ ਕੀ ਗਾਰੰਟੀ ਕੋਈ ਹੋਰ ਆ ਕੇ ਵੀ ਤੁਹਾਨੂੰ ਹੱਕ ਦੇ ਦੇਗਾ ਤੁਹਾਡੇ? ਚਲੋ ਉਹ ਤਾਂ ਹੁਣ ਅਗਲਾ ਆਉਣ ਵਾਲਾ ਸੋਚੂਗਾ। ਕਿਉਂਕਿ ਤੁਹਾਡਾ ਸੰਘਰਸ਼ ਸਿਰਫ 5 ਸਾਲਾਂ ਤੋਂ ਨਹੀਂ ਚੱਲ ਰਿਹਾ, ਤੁਹਾਡਾ ਸੰਘਰਸ਼ ਬਹੁਤ ਪਹਿਲਾਂ ਤੋਂ ਚੱਲ ਰਿਹਾ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਬਟ ਇੱਕ EMPLOYEES ਕੋਲੇ ਆਪਦਾ ਜਿਹੜਾ ਪ੍ਰੋਟੈਸਟ ਆ ਡੈਮੋਕ੍ਰੈਟਿਕ ਤਰੀਕੇ ਨਾਲ ਰੱਖਣ ਤੋਂ ਇਲਾਵਾ ਹੋਰ ਕੋਈ ਆਪਸ਼ਨ ਬਚਦਾ ਵੀ ਨਹੀਂ ਹੁੰਦਾ। ਮੈਂ ਤਾਂ ਪਹਿਲਾਂ ਹੀ ਗੱਲ ਕਹਿ ਕੇ ਹਟਿਆ ਕਿ ਇਹ ਸਿਰਫ ਅਸੀਂ ਨਹੀਂ ਸੋਚਣਾ। ਜਿਹੜੀ ਮੈਂ ਤੁਹਾਡੇ ਚੈਨਲ ਦੇ ਥਰੂ ਗੱਲ ਕੀਤੀ ਹੈ, ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਆਉਣ ਵਾਲੀ ਸਰਕਾਰ ਉਹਨਾਂ ਨੂੰ ਕੀ ਦੇਊਗੀ, ਇਹ ਅਸੀਂ ਨਹੀਂ ਸੋਚਣਾ, ਸਿਰਫ ਇਹ ਲੋਕਾਂ ਨੇ ਵੀ ਸੋਚਣਾ ਹੈ ਕਿ ਕਿਤੇ ਨਾ ਕਿਤੇ ਸਾਡੇ ਵੀ ਹੱਕਾਂ ਤੇ ਡਾਕਾ ਵੱਜ ਰਿਹਾ। ਤੇ ਫਿਰ ਸ਼ਾਇਦ ਹੋ ਸਕਦਾ ਲੋਕ ਸਾਡੇ ਨਾਲ ਸਮਝ ਕੇ ਜਿਹੜੇ ਇਹ ਚੀਜ਼ ਹੈ
ਪੋਲੀਟੀਸ਼ੀਅਨਸ ਤੱਕ ਵੀ ਪਹੁੰਚੇ, ਜਿਹੜੇ ਪਾਲਿਸੀ ਮੇਕਰ ਉਹਨਾਂ ਤੱਕ ਵੀ ਪਹੁੰਚੇ ਵੀ ਲੋਕ ਸਾਡੇ ਤੋਂ ਹੁਣ ਸਵਾਲ ਪੁੱਛਣ ਲੱਗ ਗਏ ਆ, ਲੋਕ ਸਾਡੇ ਦਰਵਾਜ਼ੇ ਆਉਣ ਲੱਗ ਗਏ ਆ, ਤੇ ਸ਼ਾਇਦ ਕਿਤੇ ਨਾ ਕਿਤੇ ਹੋ ਸਕਦਾ ਉਹਨਾਂ ਦੀ ਚੀਜ਼ਾਂ 'ਚ ਆਵੇ ਕਿ ਹਾਂ ਅਸੀਂ ਸਿਸਟਮ ਨੂੰ ਠੀਕ ਕਰੀਏ। ਬਿਲਕੁਲ ਕੁਝ ਡੂੰਘੀਆਂ ਗੱਲਾਂ ਮੈਨੂੰ ਲੱਗਦਾ ਅੱਜ ਬਹੁਤ ਵਧੀਆ, ਮੈਨੂੰ ਲੱਗਦਾ ਬਾਰੀਕੀ ਨਾਲ ਗੱਲ ਕਰਕੇ ਸਾਹਮਣੇ ਆਈਆਂ ਨੇ। ਇੰਟੈਂਸ਼ਨ ਸਰਕਾਰ ਦੀ ਜਿਹੜੀ ਮੈਨੂੰ ਲੱਗਦਾ ਮੁਲਾਜ਼ਮ ਲਹਿਰ 'ਚ ਜਿੰਨੇ ਵੀ ਮੁਲਾਜ਼ਮ ਆਏ ਨੇ ਉਹਨਾਂ ਨੇ ਇਹ ਗੱਲ ਇੰਟੈਂਸ਼ਨ ਦੀ ਜ਼ਰੂਰ ਕੀਤੀ ਹੈ, ਪਰ ਜਿਹੜੀ ਅੱਜ ਇੰਪੋਰਟੈਂਟ ਗੱਲ ਮੇਰੇ ਲਈ ਹੈ ਉਹ ਸ਼ਾਇਦ ਇਹ ਹੈ ਕਿ ਸੂਝ-ਬੂਝ, ਪਾਰਦਰਸ਼ਿਤਾ ਤੇ ਜਿਹੜੀ ਬਿਊਰੋਕ੍ਰੇਸੀ, ਜਿਹੜੇ IAS PCS ਲੈਵਲ ਦੇ ਲੋਕ ਨੇ ਉਹਨਾਂ ਦੀ ਸਮਝ ਕਿ ਉਹ ਕਿਸ ਤਰ੍ਹਾਂ ਦੀ ਪਾਲਿਸੀਜ਼, ਕਿਸ ਤਰ੍ਹਾਂ ਦੇ ਡਿਸੀਜਨਸ ਲੈ ਰਹੇ ਨੇ ਤੇ ਉਹਨਾਂ ਦਾ ਇੰਪੈਕਟ ਨਾ ਸਿਰਫ ਮੁਲਾਜ਼ਮਾਂ ਤੇ ਪਰ ਉਹ ਜਿਸ ਪਬਲਿਕ ਨੂੰ ਸਾਨੂੰ ਸਰਵ ਕਰ ਰਹੇ ਨੇ ਉਹਦੇ ਤੇ ਕਿੰਨਾ ਨੈਗੇਟਿਵ, ਕਿੰਨਾ ਮਾੜਾ ਹੁੰਦਾ ਹੈ। ਸੋ ਉਮੀਦ ਇਹ ਹੈ ਕਿ ਇਸ ਸ਼ੋਅ ਦੇ, ਖਾਸ ਕਰਕੇ ਇਸ ਐਪੀਸੋਡ ਦੇ ਮਾਧਿਅਮ ਤੋਂ ਅਸੀਂ ਤੁਹਾਨੂੰ ਵੀ ਇਹ ਸਮਝਾ ਸਕੇ ਹਾਂ ਕਿ ਤੁਹਾਡੀ ਸਿਹਤ ਨਾਲ ਵੀ ਕਿਸ ਤਰ੍ਹਾਂ ਦਾ ਖਿਲਵਾੜ ਹੋ ਰਿਹਾ, ਜੋ ਸ਼ਾਇਦ ਡਾਇਰੈਕਟਲੀ ਤੁਹਾਨੂੰ ਪਤਾ ਨਹੀਂ ਲੱਗਦਾ ਪਰ ਇਸ ਤਰ੍ਹਾਂ ਇਨਡਾਇਰੈਕਟਲੀ ਤੁਹਾਨੂੰ ਪਤਾ ਲੱਗਦਾ ਹੈ। ਤੇ ਜਿਹੜਾ ਮੁਲਾਜ਼ਮ ਵੀ ਹੈ ਉਹ ਵੀ ਤਾਂ ਪਬਲਿਕ ਹੀ ਹੈ, ਸੋ ਉਹਦੇ ਬਾਰੇ ਵੀ ਬਰਾਬਰ ਹੀ ਸੋਚਣਾ ਪੈਣਾ, ਕਿਉਂਕਿ ਮੁਲਾਜ਼ਮ ਵੀ ਉਸੇ ਪਬਲਿਕ ਦਾ ਹਿੱਸਾ ਹੈ ਜਿਹਨੂੰ ਉਹ ਸਰਵ ਕਰ ਰਿਹਾ ਹੈ। ਸੋ ਸਾਡੀ ਵੀ ਅਪੀਲ ਇਹੀ ਰਹੇਗੀ ਕਿ ਇਹਨਾਂ ਦੀਆਂ ਮੰਗਾਂ ਨੂੰ, ਜਾਇਜ਼ ਮੰਗਾਂ ਨੂੰ ਪਹਿਲਾਂ ਤਾਂ ਸਮਝਿਆ ਜਾਵੇ, ਤਰੀਕੇ ਨਾਲ ਸਮਝਿਆ ਜਾਵੇ ਤੇ ਫਿਰ ਉਹਨਾਂ ਦਾ ਬਣਦੇ ਹੱਕ ਮੁਲਾਜ਼ਮਾਂ ਨੂੰ ਦਿੱਤੇ ਜਾਣ। ਇਸੇ ਤਰ੍ਹਾਂ ਤੁਹਾਨੂੰ ਦੁਬਾਰਾ ਮਿਲਾਂਗੇ ਅਗਲੇ ਐਪੀਸੋਡ 'ਚ ਹੋਰ ਮੁਲਾਜ਼ਮਾਂ ਦੇ ਨਾਲ। ਤੁਸੀਂ ਵੇਖਦੇ ਰਹੋ ਮੁਲਾਜ਼ਮ ਲਹਿਰ ਪੰਜਾਬ ਟੁਡੇ ਤੇ।